ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਧੰਨ ਵਾਹਿਗੁਰੂ ਸਾਹਿਬ ਜੀਓ। ਸੁਨ ਪਿਤਾ ਮੈਂ ਕੀ ਸ਼ੁਭ ਬਾਣੀ, ਸ੍ਰੀ ਹਰਿ ਰਾਇ ਸੋ ਵਿਖੇ ਬਖਾਨੀ। ਤੁਰਕ ਮੁਲਕ ਪਤ ਛਤਰ ਹਮਾਰੇ, ਸੈਨਾ ਕੋਸ਼ ਆਦ ਮੈਂ ਭਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ। 10 ਗੁਰੂ ਸਾਹਿਬ ਆਤਮਿਕ ਸਵਰੂਪ ਕਲਯੁਗੀ ਜੀਵਾਂ ਨੂੰ ਤਾਰਨ ਹਾਰੇ
ਜਗਤ ਗੁਰੂ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਆਪ ਸਮੂਹ ਸੰਗਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਮਹਾਨ ਪਵਿੱਤਰ ਇਤਿਹਾਸਕ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਜੀ ਵਿਖੇ ਪਹੁੰਚੇ ਹੋ। ਸ਼ਾਮ ਦੇ ਵੇਲੇ ਹਾਜ਼ਰੀਆਂ ਭਰ ਰਹੇ ਹੋ। ਬੇਅੰਤ ਸੰਗਤ ਸਤ ਸੰਗਤ ਕਰ ਰਹੀ ਹੈ ਔਰ ਬੇਅੰਤ ਗੁਰੂ ਕੇ ਪਿਆਰੇ ਸੇਵਾਵਾਂ ਦੇ ਵਿੱਚ ਲੱਗੇ ਹੋਏ ਹਨ। ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਸੇਵਾ ਸਤ ਸੰਗਤ ਪ੍ਰਵਾਨ ਕਰਨ। ਆਓ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਸਭ ਤੋਂ ਪਹਿਲਾਂ ਅਸੀਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਸਮਾਂ ਹੋ ਚੁੱਕਾ ਹੈ ਕਥਾ ਵਿਚਾਰ ਦਾ, ਭਾਵਨਾ ਸਹਿਤ ਸਰਵਣ ਕਰੀਏ ਔਰ ਨਾਲ ਹੀ ਅੱਜ ਦਾ ਜਿਹੜਾ ਦਿਨ ਹੈ, ਅੱਜ ਵਾਲੇ ਦਿਨ ਸਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦੂਸਰੇ ਪਾਤਸ਼ਾਹ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਲੋਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਥਾਪਿਆ ਲਹਿਣਾ ਜੀਵਦੈ ਗੁਰ ਆਈ ਸਿਰ ਛਤਰ ਫਰਾਇਆ। ਅੱਜ ਵਾਲੇ ਦਿਨ ਭਾਈ ਲਹਿਣੇ ਜੀ ਤੋਂ ਸ਼੍ਰੀ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਜੀ ਨੂੰ ਬਣਾਇਆ, ਗੁਰਤਾ ਗੱਦੀ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਤੇ ਵਿਰਾਜਮਾਨ ਕੀਤਾ। ਸੋ ਦੂਸਰੇ ਪਾਤਸ਼ਾਹ ਜੀ ਦਾ ਅੱਜ ਗੁਰਤਾ ਗੱਦੀ ਦਿਹਾੜਾ ਸਾਰੀ ਸਿੱਖ ਸੰਗਤ ਭਾਵਨਾ ਸਹਿਤ ਮਨਾ ਰਹੀ ਹੈ। ਕੁਝ ਵਚਨ ਇਸ ਇਤਿਹਾਸ ਦੇ ਨਾਲ ਸੰਬੰਧਿਤ ਵੀ ਸਰਵਣ ਕਰਾਂਗੇ। ਲੜੀਵਾਰ ਕਥਾ ਦੇ ਵਿੱਚ ਆਪਾਂ ਇਹ ਇਤਿਹਾਸ ਸਰਵਣ ਕਰਨਾ ਹੈ ਕਿ ਸਹਿਬ ਪਾਤਸ਼ਾਹ ਧੰਨ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਲੰਮਾ ਸਮਾਂ ਸਿੱਖ ਧਰਮ ਦੀ ਅਗਵਾਈ ਕੀਤੀ ਹੈ ਔਰ ਉਹਨਾਂ ਦੇ ਗੁਰੂ ਕਾਲ ਸਮੇਂ, ਉਹਨਾਂ ਦੇ ਸਮੇਂ ਦੇ ਅੰਦਰ ਬਹੁਤ ਵੱਡੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਕਾਰਜ ਹੋਏ ਹਨ। ਗੁਰੂ ਨਾਨਕ ਸਾਹਿਬ ਜੀ ਵੱਲੋਂ ਜਿਹੜੀ ਵਿਚਾਰਧਾਰਾ ਆਰੰਭ ਕੀਤੀ ਗਈ ਸੀ, ਜਿਹੜਾ ਧਰਮ ਚਲਾਇਆ ਗਿਆ ਸੀਗਾ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਨੂੰ ਹੋਰ ਵੀ ਬੜਾ ਸ਼ਕਤੀਸ਼ਾਲੀ ਰੂਪ ਦਿੱਤਾ ਹੈ। ਸਤਿਗੁਰਾਂ ਦੇ ਸਮੇਂ ਇਹ ਜਿਹੜਾ ਧਰਮ ਹੈ, ਇਹ ਜਿਹੜੇ ਲੋਕ ਸਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ 'ਤੇ ਚੱਲਣ ਵਾਲੇ, ਇਹਨਾਂ ਨੂੰ ਪਾਤਸ਼ਾਹ ਜੀ ਨੇ ਨਾਲ ਨਾਲ ਇਹ ਜਿਹੜੇ ਸਿੱਖ ਸਨ ਇਹਨਾਂ ਨੂੰ ਸਿਪਾਹੀ ਵੀ ਬਣਾਇਆ ਔਰ ਨਵਾਂ ਜਿਹੜਾ ਸਰੂਪ ਹੈ, ਨਵਾਂ ਰੂਪ ਬਖਸ਼ਿਸ਼ ਕੀਤਾ। ਔਰ ਐਸੇ ਸਮਰੱਥ ਗੁਰਦੇਵ ਸਾਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਸਰੀਰ ਛੱਡ ਰਹੇ ਹਨ। ਐਲਾਨ ਕੀਤਾ ਹੈ, ਹੁਕਮਨਾਮੇ ਭੇਜੇ ਹਨ, ਸਾਰੀ ਸੰਗਤ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੀ ਹੈ ਤੇ ਛੇਵੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਸੱਤਵੇਂ ਪਾਤਸ਼ਾਹ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਬਖਸ਼ ਦਿੱਤੀ ਹੈ। ਅਗਲੇ ਗੁਰੂ ਸਾਹਿਬਾਨ ਥਾਪ ਦਿੱਤੇ ਗਏ ਹਨ ਔਰ ਇੱਕ ਦਿਨ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਤਾਲਪੁਰੀ ਇੱਕ ਛੋਟਾ ਜਿਹਾ ਅਸਥਾਨ ਤਿਆਰ ਕਰਵਾਇਆ ਹੈ। ਉਸ ਜਗ੍ਹਾ 'ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੁਸ਼ੋਭਿਤ ਹਨ ਔਰ ਸੰਗਤ ਵਿੱਚ ਬਹੁਤ ਵੱਡਾ ਬੈਰਾਗ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਅੰਤ ਸੰਗਤ ਬੈਠੀ ਹੋਈ ਹੈ ਔਰ ਸਾਰੇ ਸ਼ਾਂਤੀ ਦੇ ਨਾਲ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜੇ ਹਨ ਕਿ ਸਤਿਗੁਰੂ ਜੀ ਸਰੀਰ ਛੱਡਣ ਵਾਲੇ ਹਨ। ਬਹੁਤ ਵੱਡਾ ਸਨੇਹ ਹੈ, ਪਿਆਰ ਹੈ। ਪਰ ਐਸੇ ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੀ ਬਹਾਦਰ ਪਾਤਸ਼ਾਹ ਸਰੀਰ ਛੱਡ ਰਹੇ ਹਨ
ਔਰ ਸੰਗਤਾਂ ਦੇ ਵਿੱਚ ਜਿੱਥੇ ਭਾਰੀ ਬੈਰਾਗ ਹੈ, ਚਿੰਤਾ ਹੈ, ਉੱਥੇ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਹੈ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਭਾਈ ਇਹ ਤਾਂ ਹਕੀਕਤ ਹੈ, ਅਟੱਲ ਸੱਚਾਈ ਹੈ, ਜਿਹੜਾ ਵੀ ਸੰਸਾਰ ਦੇ ਵਿੱਚ ਆਇਆ ਹੈ ਉਸ ਨੂੰ ਜਾਣਾ ਹੀ ਪਿਆ ਹੈ, ਸਮੇਂ ਮੁਤਾਬਕ ਜਾਂਦਾ ਹੀ ਹੈ। ਚਿੰਤਾ ਤਾਂ ਉਸ ਗੱਲ ਦੀ ਕਰੀਏ ਜਿਹੜੀ ਅਣਹੋਣੀ ਹੋਈ ਹੋਵੇ, ਜਿਹੜੀ ਪਹਿਲਾਂ ਕਦੇ ਨਾ ਹੋਈ ਹੋਵੇ। ਤੇ ਗਰੀਬ ਨਿਵਾਜ ਸਤਿਗੁਰਾਂ ਨੇ ਬਚਨ ਕੀਤਾ, ਜੇ ਅਨਹੋਤ ਹੋਤ ਕੋ ਹੀਰੋ, ਉਚਿਤ ਸੋਚਵੋ ਲੱਖੋ ਵਡੇਰੋ। ਇਹ ਸਰੀਰ ਜਿਹੜਾ ਵੀ ਸੰਸਾਰ ਦੇ ਵਿੱਚ ਆਇਆ ਹੈ ਉਹਦਾ ਇੱਕ ਸਮਾਂ ਹੈ, ਦਾਇਰਾ ਹੈ, ਜਾਣਾ ਹੈ। ਤੇ ਰੋਈਏ ਤਾਂ ਚਿੰਤਾ ਤਾਂ ਕਰੀਏ ਜੇ ਇਹ ਕੋਈ ਨਵੀਂ ਗੱਲ ਹੋਣ ਲੱਗੀ ਹੋਵੇ। ਗੁਰਬਾਣੀ ਦੇ ਵਿੱਚ ਵੀ ਬਚਨ ਹੈ, ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਏ। ਗੱਲ ਤਾਂ ਚਿੰਤਾ ਤਾਂ ਕਰੀਏ ਨਾ ਜਿਹੜੀ ਕੰਮ ਪਹਿਲਾਂ ਨਾ ਹੋਇਆ ਹੋਵੇ ਤੇ ਕੁਛ ਨਵਾਂ ਵਾਪਰ ਰਿਹਾ ਹੋਵੇ ਜਿਹੜਾ ਕਦੇ ਕਿਸੇ ਨਾਲ ਵਾਪਰਿਆ ਨਾ ਹੋਵੇ। ਤੇ ਸਤਿਗੁਰਾਂ ਨੇ ਬਚਨ ਕੀਤਾ, ਸੰਸਾਰ ਦੀ ਤਾਂ ਫਿਤਰਤ ਹੈ, ਇਹ ਤਾਂ ਜਿਹੜਾ ਵੀ ਜਨਮਿਆ ਹੈ ਉਹਨੇ ਜਾਣਾ ਹੈ, ਆਪਣੀ ਆਪਣੀ ਵਾਰੀ ਦੇ ਮੁਤਾਬਕ ਸਾਰੇ ਜਾ ਰਹੇ ਹਨ। ਤੇ ਜਿਤਨਾ ਸਾਨੂੰ ਸਮਾਂ ਸੀਗਾ ਇਸ ਸਰੀਰ ਦੇ ਵਿੱਚ ਉਤਨਾ ਸਮਾਂ ਭੋਗ ਕਰਕੇ ਅਸੀਂ ਵੀ ਜਾ ਰਹੇ ਹਾਂ। ਇਸ ਕਰਕੇ ਭਾਈ ਚਿੰਤਾ ਨਹੀਂ ਕਰਨੀ। ਗਰੀਬ ਨਿਵਾਜ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਸ਼ਾਂਤ ਕੀਤਾ ਹੈ, ਪ੍ਰਭਾਸ਼ਾ ਦਿੱਤਾ ਹੈ, ਧੀਰਜ ਬਖਸ਼ਿਆ ਹੈ। ਔਰ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਸੁਸ਼ੋਭਿਤ ਹਨ। ਤੇ ਸਤਿਗੁਰਾਂ ਨੇ ਫਿਰ ਸ਼੍ਰੀ ਹਰਿਰਾਏ ਸਾਹਿਬ ਜੀ ਨੂੰ ਦੇ ਨਾਲ ਕੁਝ ਕੁ ਵਚਨ, ਜਿੱਥੇ ਸਾਰੇ ਪਰਿਵਾਰ ਨੂੰ ਧੀਰਜ ਬਖਸ਼ਿਆ ਹੈ, ਉੱਥੇ ਸਤਵੇਂ ਪਾਤਸ਼ਾਹ ਜਿਹੜੇ ਅਗਲੇ ਗੁਰੂ ਥਾਪੇ ਗਏ ਹਨ ਉਹਨਾਂ ਦੇ ਨਾਲ ਕੁਝ ਜ਼ਰੂਰੀ ਜਿਹੜੇ ਵਚਨ ਪਾਤਸ਼ਾਹ ਜੀ ਸਾਂਝੇ ਕਰ ਰਹੇ ਹਨ। ਸਰੀਰ ਛੱਡਣ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਰਾਗ ਦੇ ਨਾਲ ਨਿਗਾਹ ਟਿਕਾ ਕਰਕੇ ਸਤਿਗੁਰਾਂ ਵਾਲੇ ਪਾਸੇ ਸਾਰੀ ਸੰਗਤ ਬੈਠੀ ਹੋਈ ਹੈ। ਔਰ ਕਿਸੇ ਦਾ ਬੋਲਣ ਨੂੰ ਮਾਣੀ ਨਹੀਂ ਕਰ ਰਿਹਾ, ਕਿਸੇ ਤੋਂ ਬੋਲਿਆ ਹੀ ਨਹੀਂ ਜਾ ਰਿਹਾ ਕਿ ਸਤਿਗੁਰੂ ਜੀ ਦੇ ਨਾਲ ਕੀ ਵਚਨ ਕਰੀਏ, ਕੀ ਕਹੀਏ। ਸਤਿਗੁਰੂ ਜੀ ਧੀਰਜ ਦੇ ਰਹੇ ਹਨ। ਬੇਅੰਤ ਸੰਗਤਾਂ ਦੇ ਮਨ ਦੇ ਵਿੱਚ ਬੈਰਾਗ ਹੈ, ਨੇਤਰਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ, ਪਰ ਸਾਰੇ ਸ਼ਾਂਤ ਹਨ। ਔਰ ਸ਼੍ਰੀ ਹਰਿਰਾਏ ਸਾਹਿਬ ਜੀ ਨਾਲ ਕੁਛ ਵਚਨ ਪਾਤਸ਼ਾਹ ਜੀ ਨੇ ਸਰੀਰਕ ਚੋਲਾ ਛੱਡਣ ਤੋਂ ਪਹਿਲਾਂ ਜਿਹੜੇ ਕੀਤੇ ਹਨ, ਆਓ ਭਾਵਨਾ ਸਹਿਤ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਰਾਏ ਸੰਗ ਪੁਨ ਕਹਿਓ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਦੇ ਨਾਲ ਬਚਨ ਵਿਲਾਸ ਕੀਤੇ। ਆਪਣੇ ਪੁੱਤਰਾਂ ਨੂੰ, ਪੁੱਤਰਿਆਂ ਨੂੰ ਪਾਤਸ਼ਾਹ ਜੀ ਨੇ ਬੜੇ ਭਾਵਨਾ ਦੇ ਨਾਲ, ਪਿਆਰ ਦੇ ਨਾਲ ਸਾਰਿਆਂ ਨੂੰ ਸਮਝਾਇਆ ਹੈ। ਹੁਣ ਆਪਣੇ ਪੋਤਰੇ ਜਿਹੜੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਹਨ, ਸ਼੍ਰੀ ਹਰਿਰਾਏ ਸਾਹਿਬ ਜੀ ਤੋਂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਜਿਹੜੇ ਬਣੇ ਹਨ, ਉਹਨਾਂ ਦੇ ਨਾਲ ਸਤਿਗੁਰਾਂ ਨੇ ਬਚਨ ਸਾਂਝੇ ਕੀਤੇ ਹਨ। ਔਰ ਜਿਹੜੇ ਕੁਛ ਜ਼ਰੂਰੀ ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੋਲ ਬੁਲਾ ਕਰਕੇ ਇਸ ਤਰ੍ਹਾਂ ਕੁਛ ਬਚਨ ਕੀਤੇ ਹਨ। ਕਹਿਣ ਲੱਗੇ, ਹੇ ਸ਼੍ਰੀ ਹਰਿਰਾਏ ਸਾਹਿਬ ਜੀ, ਹੁਣ ਅਗਾਂਹ ਤੋਂ ਸਾਰੇ ਪੰਥ ਦੀ, ਸਾਰੇ ਜਗਤ ਦੀ ਤੁਸਾਂ ਅਗਵਾਈ ਕਰਨੀ ਹੈ ਤੇ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਪਰਮਾਤਮਾ ਵਾਲੇ ਪਾਸੇ ਚੱਲਣ ਦਾ ਉਪਦੇਸ਼ ਦੇਣਾ ਹੈ, ਮਾਲਕ ਦੇ ਚਰਨਾਂ ਦੇ ਨਾਲ ਜੋੜਨਾ ਹੈ। ਕਾਟੋ ਸਿੱਖਿਆਨ ਕੇਰ ਕਲੇਸ਼। ਔਰ ਸਿੱਖਾਂ ਦੇ ਪਿਆਰਿਆਂ ਦੇ ਆਉਣ ਵਾਲੀ ਸੰਗਤ ਜਿਹੜੀ ਹੈ, ਉਹਨਾਂ ਦੇ ਮਨ ਦੇ, ਉਹਨਾਂ ਦੇ ਤਨ ਦੇ, ਸੰਸਾਰ ਦੇ ਜਿਹੜੇ ਕਲੇਸ਼ ਹਨ, ਦੁੱਖ ਹਨ, ਇਹ ਤੁਹਾਡੇ ਚਰਨਾਂ ਦੇ ਵਿੱਚੋਂ ਖਤਮ ਹੋਣਗੇ। ਅਗਾਂਹ ਤੋਂ ਸਾਰੀ ਸੰਗਤ ਦਾ ਭਲਾ ਤੁਸੀਂ ਕਰੋਗੇ। ਕਰੋ ਕਾਟੋ ਸਿੱਖਨ ਕੇਰ ਕਲੇਸ਼। ਸਿੱਖਾਂ ਦੇ ਕਲੇਸ਼ ਹੁਣ ਤੁਹਾਡੇ ਚਰਨਾਂ ਦੇ ਵਿੱਚੋਂ ਖਤਮ ਹੋਣਗੇ।
ਨਾਮ ਸਮ ਜਾਗੋ ਪਾਛਲ ਰਾਤੀ। ਔਰ ਜਿਸ ਤਰ੍ਹਾਂ ਦੇ ਰੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਨਾ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਜਾਂਚਾ ਲਾਂਗੇ ਉਠ ਨਾਮ ਜਪ ਨਿਸਵਾਸਰ ਆਰਾਧ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਅੰਮ੍ਰਿਤ ਵੇਲੇ ਉੱਠਣ ਦੀ ਜਿਹੜੀ ਪ੍ਰੇਰਨਾ ਹੈ, ਮਾਲਕ ਦੇ ਨਾਲ ਜੁੜਨ ਦਾ ਜਿਹੜਾ ਹੁਕਮ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਜਿਹੜਾ ਸਾਰੀ ਸੰਗਤ ਅੰਮ੍ਰਿਤ ਵੇਲੇ ਮਾਲਕ ਦੇ ਚਰਨਾਂ ਦੇ ਨਾਲ ਜੁੜਦੀ ਹੈ, ਐਸਾ ਹੀ ਉਪਦੇਸ਼ ਸਾਰੀ ਸੰਗਤ ਨੂੰ ਦੇ ਕਰਕੇ ਤਾਰਨਾ ਹੈ। ਸੋਚ ਇਸ਼ਨਾਨ ਕਰੋ ਤਿਸ ਭਾਂਤੀ। ਔਰ ਉਸੇ ਤਰ੍ਹਾਂ ਦੀ ਮਰਿਆਦਾ ਜਿਹੜੀ ਹੈ ਉਹ ਅੱਗੇ ਦ੍ਰਿੜ ਕਰਵਾਉਣੀ ਹੈ ਕਿ ਸੋਚ ਕਰਕੇ ਇਸ਼ਨਾਨ ਕਰ ਕਰਕੇ ਮਨ ਤਨ ਪਵਿੱਤਰ ਕਰਕੇ ਫਿਰ ਮਨ ਦੀ ਪਵਿੱਤਰਤਾ ਵਾਸਤੇ ਮਾਲਕ ਦੇ ਚਰਨਾਂ ਦੇ ਨਾਲ ਜੁੜਨਾ ਹੈ, ਪਰਮੇਸ਼ਰ ਦੀ ਇਬਾਦਤ ਕਰਨੀ ਹੈ। ਕਹਿਣ ਲੱਗੇ ਐਸਾ ਉਪਦੇਸ਼ ਦੇ ਕਰਕੇ ਜਗਤ ਦਾ ਜੀਵਾਂ ਦਾ ਭਲਾ ਕਰਨਾ ਹੈ। ਆਤਮ ਗਿਆਨ ਹਿਰਦੈ ਮੈਂ ਰਾਖਨ। ਔਰ ਗਿਆਨ ਪਰਮਾਤਮਾ ਦੇ ਨਾਲ ਜੁੜ ਕੇ ਜਿਹੜਾ ਗਿਆਨ ਹੈ ਆਤਮਾ ਦੇ ਵਿੱਚ, ਆਤਮਾ ਕਿਵੇਂ ਮਾਲਕ ਦੇ ਵਿੱਚ ਅਭੇਦ ਹੋਏਗੀ। ਜਿੱਥੇ ਸਿੱਖ ਧਰਮ ਦਾ ਵਿਕਾਸ ਕਰਨਾ ਹੈ ਉੱਥੇ ਮਨ ਕਰਕੇ ਕਿਵੇਂ ਪਵਿੱਤਰ ਹੋਣਾ ਹੈ ਤੇ ਪਰਮਾਤਮਾ ਦੇ ਵਿੱਚ ਅਭੇਦ ਕਿਵੇਂ ਹੋਣਾ ਹੈ, ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਅੱਗੇ ਵੰਡਣਾ ਹੈ। ਭਗਤ ਉਪਾਸਨ ਕੀ ਜੈ ਭਾਖਨ। ਔਰ ਭਗਤੀ ਵੱਲ ਪ੍ਰੇਰਨਾ ਹੈ, ਬੰਦਗੀ ਵਾਲੇ ਪਾਸੇ ਸਿਮਰਨ ਵਾਲੇ ਪਾਸੇ ਜੋੜਨਾ ਹੈ। ਨਾਨਕ ਕੈ ਘਰ ਕੇਵਲ ਨਾਮ। ਜਿਹੜਾ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਨਾ, ਇੱਥੇ ਤਾਂ ਬੰਦਗੀ ਦੀ ਗੱਲ ਹੈ, ਇੱਥੇ ਭਗਤੀ ਦੇ ਦਰਿਆ ਵਹਿੰਦੇ ਹਨ। ਔਰ ਸਿਮਰਨ ਦੇ ਨਾਲ ਸਾਰੀ ਸੰਗਤ ਨੂੰ ਜੋੜਨਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਾਰੀ ਸੰਗਤ ਸਿਮਰਨ ਦੇ ਨਾਲ ਮਾਲਕ ਦੇ ਚਰਨਾਂ ਦੇ ਨਾਲ ਜੁੜੇ। ਹੋਏ ਮਰਜਾਦ ਭਲੇਰੀ। ਔਰ ਜਿਸ ਕਰਕੇ ਫਿਰ ਇਹ ਭਲੀ ਮਰਿਆਦਾ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਤੇ ਧਰਮ ਦਾ ਵੱਡਾ ਪ੍ਰਕਾਸ਼ ਹੋਇਆ ਹੈ, ਚੜ੍ਹਦੀ ਕਲਾ ਹੋਈ ਹੈ। ਔਰ ਇਸੇ ਮਰਿਆਦਾ ਨੂੰ ਅੱਗੇ ਲੈ ਕਰਕੇ ਜਾਣਾ ਹੈ, ਜੀਵਾਂ ਦਾ ਇਸੇ ਤਰ੍ਹਾਂ ਹੀ ਭਲਾ ਹੋਏਗਾ। ਕਰਤੂਤ ਉਚਿਤ ਹੈ ਤੇਰੀ। ਔਰ ਕਹਿਣ ਲੱਗੇ ਜੀਵਾਂ ਨੂੰ ਉਪਦੇਸ਼ ਦੇਣਾ ਹੈ ਕਿ ਭਾਈ ਉੱਚਾ ਸੁੱਚਾ ਕਰਮ, ਪਵਿੱਤਰਤਾ, ਇਮਾਨਦਾਰੀ, ਭਗਤੀ, ਸਿਮਰਨ, ਸੇਵਾ, ਇਹ ਸਾਰਾ ਕੁਝ ਜੀਵਨ ਦੇ ਵਿੱਚ ਹੋਵੇ। ਇਹ ਕਰਤੂਤ ਜਿਹੜੀ ਹੈ, ਇਹ ਕੰਮਕਾਰ ਜਿਹੜਾ ਹੈ ਸਾਡਾ ਰਹਿਣ ਸਹਿਣ ਉੱਚਾ ਹੋਵੇ। ਇਹਦੇ ਨਾਲ ਇਹ ਭਾਈ ਤੇਰੀ ਪਰਮ ਗਤੀ ਹੋਣੀ ਹੈ। ਐਸਾ ਉਪਦੇਸ਼ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ, ਜਿਹਦੇ ਕਰਕੇ ਭਲਾ ਹੋਇਆ ਹੈ, ਬੇਅੰਤ ਸੰਗਤ ਦਾ ਉਧਾਰ ਹੋਇਆ ਹੈ। ਔਰ ਅਗਾਮੀ ਇਸੇ ਢੰਗ ਦੇ ਨਾਲ ਹੀ ਭਲਾ ਕਰਨਾ ਹੈ। ਅਪਰ ਜੇ ਪੂਜਨ ਕੋ ਕੁਛ ਚਾਹੋ। ਤੇ ਕਹਿਣ ਲੱਗੇ ਕਿ ਹੋਰ ਜਿਹੜੀ ਵੀ ਗੱਲ ਮਨ ਦੇ ਵਿੱਚ ਹੋਵੇ, ਤੁਸੀਂ ਪੁੱਛਣਾ ਚਾਹੁੰਦੇ ਹੋ ਮਨ ਦੇ ਵਿੱਚ ਜੇਕਰ ਕੋਈ ਖਿਆਲ ਹੈ ਤੇ ਹੇ ਸ਼੍ਰੀ ਹਰਿ ਰਾਇ ਸਾਹਿਬ ਜੀ ਦੱਸੋ, ਬਿਆਨ ਕਰੋ ਜੀ। ਮਨ ਕੀ ਬਾਤ ਕਹੋ ਹਮ ਪਾਹੋ। ਔਰ ਕੁਝ ਸਮਾਂ ਅਸੀਂ ਤੁਹਾਡੇ ਕੋਲ ਹੋ ਰਹਾ, ਕਿਸੇ ਨੇ ਵੀ ਕੋਈ ਮਨ ਦੇ ਕੋਈ ਵਿਚਾਰ ਪੁੱਛਣੀ ਹੈ, ਕਿਸੇ ਦੀ ਸ਼ੰਕਾ ਹੋਵੇ, ਦੁਬਿਧਾ ਹੋਵੇ, ਵਿਚਾਰ ਕਰਨਾ ਹੈ ਤੇ ਕਰੋ। ਗਰੀਬ ਨਿਵਾਜ ਸਤਿਗੁਰਾਂ ਨੇ ਅਗਲੇ ਜਿਹੜੇ ਗੁਰੂ ਥਾਪੀ ਹਨ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਬਚਨ ਕੀਤੇ ਹਨ। ਧਰੋ ਧੀਰ ਅਵ ਸ਼ੋਕ ਨ ਕਰੀਐ। ਔਰ ਸਾਰੀ ਸੰਗਤ ਨੂੰ ਦੇਖਦਿਆਂ ਹੋਇਆ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਭਾਈ ਹੁਣ ਸ਼ੋਕ ਤੇ ਚਿੰਤਾ ਜਿਹੜੀ ਹੈ, ਬੈਰਾਗ ਜਿਹੜਾ ਹੈ ਉਹ ਛੱਡ ਦਿਓ। ਹੁਣ ਕਿਸੇ ਨੇ ਬੈਰਾਗ ਨਹੀਂ ਕਰਨਾ। ਜੈਸੇ ਆਪਾਂ ਕਈ ਵਾਰੀ ਬਚਨ ਸਾਂਝਾ ਕੀਤਾ ਹੈ ਨਾ, ਗੁਰੂ ਅਮਰਦਾਸ ਜੀ ਵੀ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਕਹਿ ਰਹੇ ਸਨ ਕਿ ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਜਿਹੜਾ ਰੋਏਗਾ, ਗਲਤ ਕੋ ਕਰਮ ਕਰੇਗਾ, ਪਿੱਟ ਸਿਆਪਾ ਕਰੇਗਾ, ਉਹ ਸਾਨੂੰ ਚੰਗਾ ਨਹੀਂ ਲੱਗੇਗਾ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਬੇਅੰਤ ਸੰਗਤ ਬੈਠੀ ਹੈ। ਦੂਰ ਤੱਕ ਸੰਗਤ ਸੱਜੀ ਹੈ ਤੇ ਇੰਝ ਲੱਗਦਾ ਜਿਸ ਤਰ੍ਹਾਂ ਕੋਈ ਵੀ ਨਾ ਬੈਠਾ ਹੋਵੇ। ਇੰਨੀ ਸ਼ਾਂਤੀ ਹੈ, ਹਰੇਕ ਦੇ ਮਨ ਦੇ ਵਿੱਚ ਬੈਰਾਗ ਹੈ ਤੇ ਰਸਨਾ ਤੋਂ ਕੁਝ ਬੋਲਿਆ ਨਹੀਂ ਜਾ ਰਿਹਾ। ਤੇ ਸਤਿਗੁਰਾਂ ਨੇ ਬਚਨ ਕੀਤਾ, ਹੁਣ ਧੀਰਜ ਧਾਰੋ। ਇਹ ਭਾਈ ਸਾਰਿਆਂ ਤੇ ਸਮਾਂ ਆਉਂਦਾ ਹੈ, ਸਾਰਿਆਂ ਸਰੀਰਾਂ ਨੇ ਹੀ ਇੱਕ ਦਿਨ ਸੰਸਾਰ ਤੋਂ ਜਾਣਾ ਹੈ।
ਇਸ ਕਰਕੇ ਸ਼ੋਕ ਚਿੰਤਾ ਹੁਣ ਛੱਡ ਦੇਵੋ ਜੀ। ਸੰਗਤ ਸਹਿਤ ਮਸੰਦ ਸੰਭਰੀਐ। ਔਰ ਕਹਿਣ ਲੱਗੇ, ਹੇ ਸ਼੍ਰੀ ਹਰਿ ਰਾਇ ਸਾਹਿਬ ਜੀ, ਹੁਣ ਅਗਾਂਹ ਤੁਸੀਂ ਪੰਥ ਦੀ ਅਗਵਾਈ ਕਰਨੀ ਹੈ, ਧਰਮ ਨੂੰ ਅੱਗੇ ਲੈ ਕਰਕੇ ਜਾਣਾ ਹੈ। ਔਰ ਸੰਗਤ ਜਿਹੜੀ ਹੈ ਜਾਂ ਸਾਡੇ ਪ੍ਰਚਾਰਕ ਮਸੰਦ ਗੁਰੂ ਘਰ ਦੇ ਜਥੇਦਾਰ, ਇਹਨਾਂ ਨੂੰ ਤੁਸੀਂ ਸੰਭਾਲੋ, ਇਹਨਾਂ ਨੂੰ ਤੁਸੀਂ ਧੀਰਜ ਦੇਵੋ। ਹੇ ਸ਼੍ਰੀ ਹਰਿ ਰਾਇ ਸਾਹਿਬ ਜੀ, ਇਹਨਾਂ ਸੰਗਤਾਂ ਨੂੰ ਪ੍ਰੇਰ ਕੇ ਇੱਕ ਮਾਲਕ ਦੇ ਚਰਨਾਂ ਦੇ ਨਾਲ ਜੋੜੀਏ। ਵਰਤੋ ਜਤਾ ਜੋਗ ਸਭ ਸੰਗ। ਔਰ ਜਿਵੇਂ ਤੁਹਾਨੂੰ ਚੰਗਾ ਲੱਗੇ, ਸਮੇਂ ਨੂੰ ਵਿਚਾਰਦਿਆਂ ਹੋਇਆਂ, ਦੇਖਦਿਆਂ ਹੋਇਆਂ, ਜਿਹੜੇ ਹਿਸਾਬ ਦੇ ਨਾਲ ਤੁਹਾਨੂੰ ਠੀਕ ਲੱਗੇ ਉਸੇ ਤਰ੍ਹਾਂ ਦਾ ਵਰਤਾਰਾ ਕਰੋ, ਉਸੇ ਢੰਗ ਦੇ ਨਾਲ ਸੰਗਤ ਨੂੰ ਸੰਭਾਲੋ, ਉਪਦੇਸ਼ ਦੇਵੋ ਤੇ ਭਲਾ ਕਰੋ। ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੁਹਾਨੂੰ ਬਖਸ਼ੀ ਹੈ, ਔਰ ਤੁਸੀਂ ਹੁਣ ਸੋਹਣੇ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਮਮ ਸਮਾਨ ਹੈ ਤੇਰੋ ਅੰਗ। ਔਰ ਹੇ ਸ਼੍ਰੀ ਹਰਿ ਰਾਇ ਸਾਹਿਬ ਜੀ, ਹੁਣ ਮੇਰੇ ਵਾਂਗ ਹੀ ਤੁਹਾਡਾ ਸਰੀਰ ਹੈ। ਹੁਣ ਸੰਗਤ ਤੁਹਾਡਾ ਮਾਣ ਕਰੇਗੀ, ਸਤਿਕਾਰ ਕਰੇਗੀ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੁਹਾਨੂੰ ਬਖਸ਼ਿਸ਼ ਹੋਈ ਹੈ, ਔਰ ਸਾਰੀ ਸੰਗਤ ਤੁਹਾਡੇ ਤੇ ਬਹੁਤ ਵੱਡਾ ਵਿਸ਼ਵਾਸ ਰੱਖੇਗੀ, ਤੁਹਾਡੇ ਨਾਲ ਜੁੜੇਗੀ, ਤੁਹਾਨੂੰ ਨਮਸਕਾਰ ਕਰੇਗੀ। ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਅਗਲੇ ਜਿਹੜੇ ਜੋਤ ਦੇ ਅਗਲੇ ਵਾਰਿਸ ਤੁਸੀਂ ਬਣੇ ਹੋ। ਹੁਣ ਤੁਸੀਂ ਭਲਾ ਕਰਨਾ ਹੈ। ਸੁਨਤ ਪਿਤਾ ਮੈਂ ਕੀ ਸ਼ੁਭ ਬਾਣੀ। ਔਰ ਆਪਣੇ ਪਿਤਾ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਰਿਸ਼ਤੇ ਦੇ ਵਿੱਚ ਦਾਦਾ ਜੀ ਹਨ, ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਹਨ, ਔਰ ਬਾਬਾ ਗੁਰਦਿੱਤਾ ਜੀ ਛੇਵੇਂ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਸਨ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹਨ। ਸੁਨਤ ਪਿਤਾਮੇ ਕੀ ਸ਼ੁਭ ਬਾਣੀ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੋਂ ਸ਼ੁਭ ਬਚਨ ਸਤਵੇਂ ਪਾਤਸ਼ਾਹ ਜੀ ਨੇ ਸਰਵਣ ਕੀਤੇ ਹਨ। ਸ੍ਰੀ ਹਰਿ ਰਾਇ ਸੋ ਵਿਖੇ ਬਖਾਨੀ। ਔਰ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਸਤਵੇਂ ਪਾਤਸ਼ਾਹ ਜੀ ਨੇ ਕੀਤੀ ਹੈ। ਤੁਰਕ ਮੁਲਕ ਪਤ ਛਤਰ ਹਮਾਰੇ। ਕਹਿਣ ਲੱਗੇ, ਹੇ ਪਾਤਸ਼ਾਹ, ਤੁਰਕਾਂ ਦੇ ਨਾਲ ਪਹਿਲਾਂ ਵੀ ਵੱਡੇ ਜੰਗ ਹੋਏ ਹਨ, ਯੁੱਧ ਹੋਏ ਹਨ। ਤੁਰਕ ਮੁਲਕ ਪਤ ਛਤਰ ਹਮਾਰੇ। ਔਰ ਜਿਹੜਾ ਬਾਦਸ਼ਾਹ ਹੈ, 4 ਜੰਗ ਲੜੇ ਹਨ ਤੇ ਸਾਡਾ ਵੱਡਾ ਉਹ ਦੁਸ਼ਮਣ ਬਣਿਆ ਰਿਹਾ ਹੈ। ਸੈਨਾ ਕੋਸ਼ ਆਦ ਮਹਿ ਭਾਰੇ। ਔਰ ਜਿਹੜਾ ਬਾਦਸ਼ਾਹ ਸੈਨਾ ਦੇ ਵਿੱਚ ਬਹੁਤ ਭਾਰੀ ਹੈ ਤੇ ਤਗੜੀ ਜਿਹੜੀ ਸੈਨਾ ਉਹਦਾ ਮਾਲਕ ਹੈ, ਵੱਡੀ ਸੈਨਾ ਲੈ ਕਰਕੇ ਚੱਲਦਾ ਹੈ। 300 ਕਹਾਂ ਕਰੈ ਬਖਿਆਤੀ। ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਰਤਾਰਾ ਹੋਣਾ ਚਾਹੀਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਢੰਗ ਦੇ ਨਾਲ ਚੱਲਣਾ ਹੈ। ਹੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਸਤਵੇਂ ਪਾਤਸ਼ਾਹ ਜੀ ਨੇ ਇਹ ਬਚਨ ਬਾਦਸ਼ਾਹ ਦੇ ਸੰਬੰਧ ਵਿੱਚ ਇੱਕ ਸਾਂਝਾ ਕੀਤਾ ਹੈ। ਕੌਣ ਸਥਾਨ ਬਣੈ ਰਿਪ ਘਾਤੀ। ਔਰ ਅਗਲਾ ਜੇਕਰ ਕਿਤੇ ਬਾਦਸ਼ਾਹ ਜਿਸ ਤਰ੍ਹਾਂ ਪਹਿਲਾਂ 4 ਵਾਰ ਉਹਨਾਂ ਨੇ ਵੱਡਾ ਜੰਗ ਕੀਤਾ, ਹੱਲਾ ਕੀਤਾ ਹੈ, ਤੇ ਜੇ ਅਗਾਮੀ ਹਮਲਾ ਹੁੰਦਾ ਹੈ ਤੇ ਕਿਸ ਥਾਂ ਤੇ ਮੁਕਾਬਲਾ ਕੀਤਾ ਜਾਏਗਾ, ਕਿਹੜੀ ਜਗ੍ਹਾ ਮੁਕਾਬਲੇ ਵਾਸਤੇ ਚੁਣੀ ਜਾਵੇ, ਕੌਣ ਸਥਾਨ ਬਣੇ ਰਿਪ ਘਾਤੀ, ਜਿੱਥੇ ਦੁਸ਼ਮਣਾਂ ਨੂੰ ਖਤਮ ਕਰਨਾ ਹੈ, ਉਹ ਕਿਹੜਾ ਸਥਾਨ ਯੋਗ ਹੈ। ਇਸ ਪਰ ਬਸ ਕੈ ਅਪਰ ਸਥਾਨ। ਤੇ ਪਾਤਸ਼ਾਹ ਇੱਥੇ ਰਵਾਂਗੇ ਕਿ ਜਾਂ ਹੋਰ ਕਿਸੇ ਨਗਰ ਨੂੰ ਚੁਣਿਆ ਜਾਏਗਾ। ਹੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ, ਇਹ ਆਪ ਸਾਡੇ ਨਾਲ ਇਹ ਬਚਨ ਸਾਂਝਾ ਕਰੋ ਜੀ। ਕਾਲਾਂ ਤੁਰਕਣ ਸੋ ਕਮਸਾਨ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਗੁਰੂ ਹਰਿ ਰਾਇ ਸਾਹਿਬ ਜੀ ਨੇ ਬਚਨ ਕੀਤਾ, ਕਾਲੋਂ ਤੁਰਕਣ ਸੋ ਕਮਸਾਨ। ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਨੇ ਹਮਲਾ ਕੀਤਾ ਤੇ ਸੁਭਾਵਿਕ ਹੀ ਆ, ਤੁਰਕਾਂ ਦੇ ਨਾਲ ਬਹੁਤ ਕਮਸਾਨ ਦਾ ਵੱਡਾ ਸਾਡੇ ਵੇਲੇ ਵੀ ਯੁੱਧ ਜੰਗ ਹੋਣਗੇ। ਪਥੇਰ ਵਿਸਾਲਾ। ਔਰ ਹੇ ਪਾਤਸ਼ਾਹ ਜੀ, ਦੁਸ਼ਮਣਾਂ ਦੇ ਵਿੱਚ ਜਾ ਕਰਕੇ ਅਸੀਂ ਉਹਨਾਂ ਦੀ ਲਥੇਰ ਪਥੇਰ ਕਹਿਣ ਤੋਂ ਭਾਵ ਟੋਟੇ ਟੋਟੇ ਕਰਕੇ ਤੇ ਉਹਨਾਂ ਨੂੰ ਪਿੱਛੇ ਮੋੜ ਦੇਵਾਂਗੇ, ਖਤਮ ਕਰ ਦੇਵਾਂਗੇ। ਚੜ ਕੇ ਆਉਣਗੇ ਨਾ
ਤੇ ਸਤਿਗੁਰੂ ਜੀ ਗੁਰੂ ਕੇ ਸਿੱਖ ਵੀ ਪਹਿਲਾਂ ਵਾਂਗ ਜਿਸ ਤਰ੍ਹਾਂ ਤੁਹਾਡੇ ਸਮੇਂ ਦੇ ਵਿੱਚ ਵੱਡੇ ਮੁਕਾਬਲੇ ਹੋਏ ਹਨ ਉਸੇ ਤਰ੍ਹਾਂ ਟਾਕਰਾ ਕੀਤਾ ਜਾਏਗਾ। ਪਰ ਜੰਗ ਰਿਪਹਤੈ ਕਰਾਲਾ। ਔਰ ਅਸੀਂ ਖੁਦ ਵੀ ਜੰਗ ਦੇ ਮੈਦਾਨ ਦੇ ਵਿੱਚ ਅੱਗੇ ਹੋ ਕਰਕੇ ਕਰਾਰਾ ਜਿਹੜਾ ਜੰਗ ਹੈ ਉਹ ਕਰਾਂਗੇ। ਗਰੀਬ ਨਿਵਾਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਗੁਰੂ ਹਰਿਰਾਏ ਸਾਹਿਬ ਜੀ ਨੇ ਬਚਨ ਕੀਤੇ ਹਨ। ਸੁਣਤ ਸਭਾ ਸਭ ਅਦ ਅਪਦੁਤ ਭਏ। ਔਰ ਸਾਰੀ ਜਿਹੜੀ ਸਭਾ ਹੈ ਬੇਅੰਤ ਜਿਹੜੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਬੈਠੀ ਹੈ ਸਾਰੇ ਹੈਰਾਨ ਰਹਿ ਗਏ ਕਿ ਸ਼੍ਰੀ ਹਰਿਰਾਏ ਸਾਹਿਬ ਜੀ ਤਾਂ ਬੜੇ ਸ਼ਾਂਤ ਸਨ। ਇਹਨਾਂ ਦਾ ਸੁਭਾਅ ਤਾਂ ਅੱਤ ਦੀ ਨਿਮਰਤਾ ਵਾਲਾ ਸੀਗਾ। ਆਪਾਂ ਕਈ ਵਾਰ ਬਚਨ ਸਾਂਝਾ ਕੀਤਾ ਹੈ ਕਿ ਛੋਟੀ ਜੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਾਰੀ ਸ਼੍ਰੀ ਹਰਿਰਾਏ ਸਾਹਿਬ ਜੀ ਦਾ ਚੋਲਾ ਵੱਜਣ ਦੇ ਕਰਕੇ ਖਹਿਣ ਦੇ ਕਰਕੇ ਇੱਕ ਫੁੱਲ ਹੀ ਡਿੱਗ ਗਿਆ ਸੀਗਾ ਤੇ ਸਤਿਗੁਰਾਂ ਨੇ ਬਚਨ ਕੀਤਾ ਸੀਗਾ ਕਿ ਭਈ ਧਿਆਨ ਦੇ ਨਾਲ ਸੰਸਾਰ ਦੇ ਵਿੱਚ ਰਹਿਣਾ ਹੈ। ਤੇ ਸ਼੍ਰੀ ਹਰਿਰਾਏ ਸਾਹਿਬ ਜੀ ਫਿਰ ਸਾਰੀ ਉਮਰ ਜਦੋਂ ਤੱਕ ਫਿਰ ਬਾਅਦ ਵਿੱਚ ਸਤਿਗੁਰਾਂ ਦੇ ਕੋਲ ਰਹੇ ਜਾਂ ਜਿੱਥੇ ਵੀ ਰਹੇ ਬਾਗਾਂ ਦੇ ਵਿੱਚ ਵਿਚਰਦੇ ਸਨ, ਕਿਤੇ ਜਾਂਦੇ ਸਨ, ਆਪਣੇ ਚੋਲੇ ਦੀਆਂ ਕੰਨੀਆਂ ਨੂੰ ਪਕੜ ਲੈਂਦੇ ਸਨ ਕਿ ਦੁਬਾਰਾ ਕਿਤੇ ਨਾ ਵੱਜ ਜਾਏ। ਔਰ ਇਹੋ ਜਿਹਾ ਵੀ ਜੀਵਨ ਹੈ ਕਿ ਜੰਗਲਾਂ ਦੇ ਵਿੱਚੋਂ ਜ਼ਖਮੀ ਜਾਂ ਬਿਮਾਰ ਪਸ਼ੂ ਤੇ ਪੰਛੀ ਵੀ ਲਿਆ ਕਰਕੇ ਉਹਨਾਂ ਦਾ ਵੀ ਇਲਾਜ ਕਰਕੇ ਉਹਨਾਂ ਨੂੰ ਠੀਕ ਕਰਿਆ ਕਰਦੇ ਸਨ। ਹੁਣ ਐਸੇ ਪਾਤਸ਼ਾਹ ਸ਼੍ਰੀ ਹਰਿਰਾਏ ਸਾਹਿਬ ਜੀ ਇੱਕਦਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗੁਰਤਾ ਗੱਦੀ ਦੇ ਵਾਰਸ ਬਣਾਇਆ ਹੈ, ਇਤਨਾ ਦਿਆਲੂ ਔਰ ਇਤਨੀ ਨਿਮਰਤਾ ਵਾਲਾ ਜਿਨ੍ਹਾਂ ਦਾ ਸੁਭਾਅ ਸੀਗਾ, ਪਰ ਜਿਉਂ ਹੀ ਜੋਤ ਪ੍ਰਵੇਸ਼ ਹੋਈ ਹੈ ਔਰ ਸਤਿਗੁਰਾਂ ਨੇ ਅੱਗੇ ਜ਼ਿੰਮੇਵਾਰੀ ਬਖਸ਼ੀ ਹੈ, ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਫਿਰ ਬਚਨ ਕੀਤਾ ਹੈ ਪਰੇ ਜੰਗ ਰਿਪਹਤੇ ਕਰਾਲਾ। ਜੇ ਜੰਗ ਪਵੇਗਾ ਕਰਨਾ ਪਏਗਾ ਤੇ ਅਸੀਂ ਹੋ ਕਰਕੇ ਕਰਾਰੇ ਹੱਥ ਵਿਖਾਵਾਂਗੇ, ਦੁਸ਼ਮਣਾਂ ਨੂੰ ਖਤਮ ਕਰਾਂਗੇ। ਤੇ ਸੁਣਤ ਸਭਾ ਸਭ ਅਦਭੁਤ ਭਏ। ਕਹਿਣ ਲੱਗੇ ਸਾਰੀ ਸਭਾ ਦੇ ਵਿੱਚ ਜਿੰਨੀ ਸੰਗਤ ਹੈ ਦੇਖ ਕੇ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਦੇਖੋ ਕਹਾਂ ਸੁਮਤ ਇਨ ਥੀਏ। ਔਰ ਆਪਸ ਦੇ ਵਿੱਚ ਬਚਨ ਕਰਨ ਲੱਗ ਪਏ ਕਿ ਸਤਵੇਂ ਪਾਤਸ਼ਾਹ ਸ਼੍ਰੀ ਹਰਿਰਾਏ ਸਾਹਿਬ ਜੀ ਦਾ ਸੁਭਾਅ ਤਾਂ ਅੱਤ ਦੀ ਨਿਮਰਤਾ ਵਾਲਾ ਸੀਗਾ। ਇਹ ਤਾਂ ਹਮੇਸ਼ਾ ਦਿਆਲੂ ਰਹਿੰਦੇ ਸਨ, ਜੀਵਾਂ ਜਨਤਾ ਦਾ ਭਲਾ ਕਰਨ ਵਾਲੀ ਬਿਰਤੀ ਹੈ, ਪਰ ਇੱਕਦਮ ਐਸੇ ਜੋਸ਼ੀਲੇ ਬਚਨ ਕਰ ਰਹੇ ਹਨ ਕਿ ਦੇਖੋ ਕਹਾਂ ਸੁਮਤ ਇਨ ਥੈ। ਔਰ ਆਪਸ ਦੇ ਵਿੱਚ ਸੰਗਤ ਵਚਨ ਕਰ ਰਹੀ ਹੈ ਕਿ ਦੇਖੋ ਗੁਰਤਾ ਗੱਦੀ ਤੇ ਬਿਰਾਜਮਾਨ ਦੇ ਹੋਣ ਦੇ ਨਾਲ ਹੀ ਅੰਦਰ ਕਿਤਨਾ ਵੀਰ ਰਸ ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਜਿਹੜੀ ਬਿਰਤੀ ਹੈ ਉਹ ਧਾਰਨ ਕਰ ਲਈ ਹੈ। ਅਲਪ ਬੈਸ ਬ੍ਰਿਧਨ ਸਮ ਬੋਲੇ। ਔਰ ਉਮਰ ਭਾਵੇਂ ਛੋਟੀ ਹੈ ਪਰ ਬੜੇ ਸਿਆਣਿਆਂ ਦੇ ਵਾਂਗ ਔਰ ਬੜੇ ਜ਼ਿੰਮੇਵਾਰੀ ਵਾਲੇ ਬਚਨ ਸਤਵੇਂ ਪਾਤਸ਼ਾਹ ਜੀ ਕਰ ਰਹੇ ਸਨ। ਸਮਰੱਥ ਗੁਰ ਆਈ ਕੋਲੇ। ਔਰ ਕਹਿਣ ਲੱਗੇ ਕਿ ਸਭ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਵਾਕਈ ਸਮਰੱਥ ਹਨ, ਵਾਕਈ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਸੰਭਾਲ ਕੇ ਪੰਥ ਨੂੰ ਅੱਗੇ ਲੈ ਕਰਕੇ ਜਾਣਗੇ। ਜਿਤਨਾ ਇਹਨਾਂ ਦੇ ਅੰਦਰ ਸਭ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਕੇ ਜਿਸ ਤਰ੍ਹਾਂ ਬਚਨ ਕਰ ਰਹੇ ਹਨ ਉਸੇ ਤਰ੍ਹਾਂ ਹੀ ਪੰਥ ਨੂੰ ਧਰਮ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਗੇ। ਸਤਿਗੁਰ ਪੁੱਤਰੇ ਕੋ ਮੁਖ ਦੇਖ। ਔਰ ਸਭ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਭਾਵ ਸ਼੍ਰੀ ਹਰਿਰਾਏ ਸਾਹਿਬ ਜੀ ਦੇ ਮੁਖ ਵਾਲੇ ਪਾਸੇ ਦੇਖਿਆ ਹੈ। ਹੋਏ ਪ੍ਰਸੰਨ ਸੋ ਵੀਰ ਪਰੇਖ। ਔਰ ਉਹਨਾਂ ਦੇ ਚਿਹਰੇ ਤੇ ਵੀਰ ਰਸ ਦੇਖ ਕਰਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੰਬੰਧ ਦੇ ਵਿੱਚ ਕੁਝ ਬਚਨ ਸੁਣ ਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਹੋਏ ਹਨ। ਕਹਿਓ ਤਬੈ ਤੁਮ ਕਬੋ ਨ ਲਰੋ। ਤੇ ਕਹਿਣ ਲੱਗੇ ਕਹਿਬੋ ਤਬੈ ਤੁਮ ਕਬੋ ਨਾ ਲਰੋ। ਸਭ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਹੇ ਸ਼੍ਰੀ ਹਰਿਰਾਏ ਸਾਹਿਬ, ਆਉਣ ਵਾਲੇ ਸਮੇਂ ਦੇ ਵਿੱਚ ਐਸਾ ਜੰਗ ਯੁੱਧ ਵਾਲਾ ਤੁਹਾਡੇ ਸਮੇਂ ਦੇ ਵਿੱਚ ਐਸਾ ਸਮਾਂ ਨਹੀਂ ਆਏਗਾ। ਸਹੀ ਸੁਭਾਅ ਸਤਿਗੁਰਾਂ ਨੇ ਬਚਨ ਕੀਤਾ ਹੈ, ਕਿਉਂਕਿ ਇੱਧਰ ਜਿਹੜਾ ਬਾਦਸ਼ਾਹ ਹੈ ਇਹ ਵੀ ਝੁਕ ਗਿਆ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੱਗੇ, ਤੇ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਵੱਲ ਦੇਖਦੇ ਹੋਏ ਬਚਨ ਕੀਤਾ,
ਕਹਿਣ ਲੱਗੇ ਕਿ ਭਾਈ ਐਸਾ ਅਗਾਂਹ ਸਮਾਂ ਨਹੀਂ ਆਏਗਾ। ਸ਼ਤਰਣ ਦਿਸ਼ਤੇ ਸ਼ਾਂਤੀ ਧਰੋ। ਤੇ ਕਹਿਣ ਲੱਗੇ ਸ਼ਤਰੂਆਂ ਵਾਲੇ ਪਾਸਿਓਂ, ਦੁਸ਼ਮਣਾਂ ਦੇ ਵਾਲੇ ਪਾਸਿਓਂ ਹਮੇਸ਼ਾ ਇੱਥੇ ਸ਼ਾਂਤੀ ਹੀ ਰਹੇਗੀ। ਔਰ ਤੁਹਾਡਾ ਜਿਹੜਾ ਸਮਾਂ ਹੈ ਮਾਲਿਕ ਦੀ ਇਬਾਦਤ ਦੇ ਵਿੱਚ, ਬੰਦਗੀ ਦੇ ਵਿੱਚ ਔਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਬਤੀਤ ਹੋਏਗਾ। ਕਿਸ ਬਿਦ ਤੇ ਨ ਕਰੋ ਬਖੇਰਾ। ਔਰ ਕਿਸੇ ਵੀ ਵਿਧੀ ਦੇ ਕਰਕੇ ਬਖੇੜਾ ਤੁਹਾਡਾ ਅਗਾਂਹ ਨਹੀਂ ਪਏਗਾ, ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਪਏਗਾ, ਕਿਉਂਕਿ ਹੁਣ ਬਾਦਸ਼ਾਹ ਵੀ ਪਿਛਾਂਹ ਹਟ ਗਿਆ ਹੈ ਔਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੱਗੇ ਤਾਂ ਉਹ ਝੁਕ ਗਿਆ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਨੂੰ ਵੀ ਸੁਚੇਤ ਕਰਨਾ ਹੈ, ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਚਾਰ ਪ੍ਰਸਾਰ ਹੋਵੇ ਜੀ। ਨਹੀਂ ਸੰਭਾਰੋ ਬੈਰ ਬਡੇਰਾ। ਔਰ ਅਗਾਂਹ ਇਹ ਜਿਹੜਾ ਵੈਰ ਹੈ ਇਹਨੂੰ ਸੰਭਾਲਣ ਦੀ ਲੋੜ ਨਹੀਂ ਹੈ। ਕਹਿਣ ਤੋਂ ਭਾਵ ਜੰਗ ਯੁੱਧ ਜਿਹੜੇ ਹਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮਾਂ ਨਹੀਂ ਹੋਣਗੇ, ਸ਼ਾਂਤੀ ਵਾਲਾ ਸਮਾਂ ਰਹੇਗਾ। ਸੈਨਾ 2,000 ਪਰ ਤਾਂ ਵੀ ਇਹ ਜਿਹੜੀ ਵਿਚਾਰਧਾਰਾ ਆਰੰਭ ਕੀਤੀ ਹੈ, ਜਿਹੜੀ ਸੈਨਾ ਭਰਤੀ ਕੀਤੀ ਗਈ ਹੈ, ਜਾਂ ਪੀਰੀ ਦੇ ਨਾਲ ਨਾਲ ਮੀਰੀ ਦਾ ਜਿਹੜਾ ਸਿਧਾਂਤ, ਸੰਤਾਂ ਦੇ ਨਾਲ ਨਾਲ ਸਿਪਾਹੀ ਵਾਲੀ ਜਿਹੜੀ ਬਿਰਤੀ ਹੈ, ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਭਾਵੇਂ ਅਗਾਂਹ ਕੁਝ ਸਮਾਂ ਸ਼ਾਂਤੀ ਵਾਲਾ ਹੈ, ਪਰ ਜਿਹੜੇ ਜੰਗੀ ਯੋਧੇ ਹਨ, ਜਿਹੜੀ ਫੌਜ ਹੈ, ਉਹ ਤਿਆਰ ਬਰ ਤਿਆਰ ਹਮੇਸ਼ਾ ਰਹਿਣੀ ਚਾਹੀਦੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਸੈਨਾ 2,000 200 ਤੇ 2000 ਜਿਹੜੀ ਘੱਟੋ ਘੱਟ ਸੈਨਾ ਹੈ ਉਹ ਹਮੇਸ਼ਾ ਤਿਆਰ ਬਰ ਤਿਆਰ। ਕਹਿਣ ਤੋਂ ਭਾਵ 2200, 200 ਤੇ 2000, 22 ਕੋ ਸਵਾਰ ਜਿਹੜਾ ਘੋੜ ਸਵਾਰ ਹੈ ਨਾ, ਇਹ ਹਮੇਸ਼ਾ ਤਿਆਰ ਬਰ ਤਿਆਰ ਤੁਹਾਡੇ ਨਾਲ ਹਮੇਸ਼ਾ ਹੋਣਾ ਚਾਹੀਦਾ ਜਿੱਥੇ ਜਾਣਾ ਹੈ। ਰਾਖੋ ਸੰਗ ਸੁਚੇਤੀ ਧਾਰ। ਔਰ ਇਤਨੀ ਕੋ ਸੈਨਾ ਸੁਚੇਤ, ਜੁਝਾਰੂ ਯੋਧੇ, ਫਰਤੀਲੇ ਯੋਧੇ, ਘੋੜ ਸਵਾਰ ਹਮੇਸ਼ਾ ਨਾਲ ਲੈ ਕੇ ਚੱਲਣਾ ਹੈ। ਨਹੀਂ ਕਦਾਚ ਧਰਣ ਕੋ ਚਾਹੋ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਭਾਈ ਕਦੇ ਵੀ ਐਸਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਬਣੇਗਾ, ਪਰ ਤਾਂ ਵੀ ਇਹ ਜਿਹੜੀ ਮਰਿਆਦਾ ਬੰਨੀ ਹੈ ਇਹਦੇ ਮੁਤਾਬਕ ਹੀ ਚੱਲਣਾ ਹੈ। ਭੋਗੋ ਆਨੰਦ ਬੈਠ ਘਰ ਮਾਹੋ। ਔਰ ਇੱਥੇ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਰਹਿ ਕਰਕੇ ਹੁਣ ਕੁਝ ਸਮਾਂ ਸ਼ਾਂਤੀ ਵਾਲਾ, ਆਨੰਦ ਵਾਲਾ ਹੈ, ਤੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਚਾਰ ਪ੍ਰਸਾਰ ਹੋਵੇ ਦੂਰ ਤੱਕ। ਭੋਗੋ ਆਨੰਦ ਬੈਠ ਘਰ ਮਾਹੋ। ਔਰ ਇਸ ਪਾਵਨ ਸਥਾਨ ਤੇ ਬੈਠ ਕਰਕੇ ਆਨੰਦ ਪ੍ਰਾਪਤ ਕਰੋ ਜੀ। ਸ੍ਰੀ ਹਰਿ ਰਾਏ ਕਹਿਓ ਸੁਨ ਫੇਰ। ਔਰ ਫਿਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਫਿਰ ਗਰੀਬ ਨਿਵਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ। ਜੇ ਰਿਪ ਲੈ ਕਰ ਸੈਨ ਕਨੇਰ। ਹੇ ਸਤਿਗੁਰੂ ਜੀ, ਜੇ ਦੁਸ਼ਮਣ ਕਦੇ ਇੱਕੇ ਦਮ ਵੱਡੀ ਸੈਨਾ ਲੈ ਕਰਕੇ, ਜੇ ਰਿਪ ਲੈ ਕਰ ਸੈਨ ਘਨੇਰ, ਵੱਡਾ ਕਾਫਲਾ ਲੈ ਕਰਕੇ ਜੇ ਆ ਪਏਗਾ, ਚੜ ਆਵੇ ਹਮ ਪਰ ਬਲ ਧਰੈ। ਤੇ ਵੱਡੀ ਸੈਨਾ ਲੈ ਕਰਕੇ ਚੜ੍ਹਾਈ ਕਰਕੇ ਬਲ ਦੇ ਸਮੇਤ, ਵੱਡੇ ਯੋਧਿਆਂ ਦੇ ਸਮੇਤ ਜੇ ਆ ਜਾਣਗੇ, ਭਰੈ ਗਰਭ ਤੇ ਜੇ ਲਰ ਪਰੈ। ਤੇ ਗਰਭ ਧਾਰਨ ਕਰਕੇ, ਹੰਕਾਰ ਧਾਰਨ ਕਰਕੇ ਜੇ ਦੁਸ਼ਮਣ ਲੜਨ ਵਾਲੀ ਬਿਰਤੀ ਰੱਖੇ, ਜੇ ਉਹ ਤਿਆਰ ਹੋਣ, ਤਬ ਕਿਆ ਕਰੈ ਹੁਕਮ ਸੋ ਕਰੋ। ਤੇ ਫਿਰ ਵੀ ਗਰੀਬ ਨਿਵਾਜ ਸਤਿਗੁਰੂ ਜੀ, ਫਿਰ ਆਪ ਜੀ ਦਾ ਕੀ ਹੁਕਮ ਹੈ? ਭਾਵੇਂ ਚਲੋ ਇਸ ਤਰ੍ਹਾਂ ਸਮਾਂ ਬਤੀਤ ਹੋਏਗਾ, ਪਰ ਹੰਕਾਰ ਦੇ ਵਿੱਚ ਆ ਕਰਕੇ ਭਾਵੇਂ ਬਾਦਸ਼ਾਹ ਜਿਹੜਾ ਹੈ ਉਹਨੇ ਪਿੱਛੇ ਹਟਣ ਦਾ ਪ੍ਰਣ ਕੀਤਾ ਹੈ, ਪਰ ਕੋਈ ਹੋਰ ਜੇ ਕਿਤੇ ਇਸ ਘਰ ਦੇ ਉੱਪਰ ਚੜ੍ਹਾਈ ਕਰਕੇ ਆਉਂਦਾ ਹੈ, ਹੋਏ ਅਵਸ਼ਕ ਰਣ ਉਰ ਧਰੋ। ਔਰ ਇਸ ਕਰਕੇ हे ਪਾਤਸ਼ਾਹ, ਗਰੀਬ ਨਿਵਾਜ ਫਿਰ ਤਾਂ ਜੰਗ ਦੇ ਮੈਦਾਨ ਦੇ ਵਿੱਚ ਜੂਝਣਾ, ਜੰਗ ਦੇ ਮੈਦਾਨ ਦੇ ਵਿੱਚ ਲੜਨਾ, ਚੜ੍ਹ ਕੇ ਕਿਸੇ ਤੇ ਜਾਣਾ ਨਹੀਂ। ਅਸੀਂ ਕਿਸੇ ਤੇ ਵਾਅਦਾ ਨਹੀਂ ਕਰਾਂਗੇ ਸੈਨਾ ਰੱਖ ਕੇ, ਪਰ ਪਾਤਸ਼ਾਹ ਜੇ ਕੋਈ ਚੜ੍ਹ ਕੇ ਆਉਂਦਾ ਹੈ ਹੰਕਾਰ ਦੇ ਵਿੱਚ, ਫਿਰ ਤਾਂ ਜੰਗ ਲੜਨਾ ਜਿਹੜਾ ਹੈ ਉਹ ਭਲਾ ਹੈ, ਜੰਗ ਲੜਨਾ ਹੀ ਚਾਹੀਦਾ ਹੈ।
ਸੁਨ ਕਿਰਪਾਲ ਸ਼ੁਭ ਬਾਗ ਬਖਾਨਾ। ਔਰ ਐਸਾ ਬਚਨ ਸਤਵੇਂ ਪਾਤਸ਼ਾਹ ਜੀ ਦਾ ਸੁਣ ਕੇ ਗਰੀਬ ਨਿਵਾਜ ਸਤਿਗੁਰਾਂ ਨੇ ਫਿਰ ਅੱਗੋਂ ਬਚਨ ਕੀਤਾ ਹੈ। ਜੋ ਤੁਮ ਪਰ ਚੜ ਕਰੈ ਪਿਆਨਾ। ਕਹਿਣ ਲੱਗੇ ਕਿ ਜੇਕਰ ਕੋਈ ਤੁਹਾਡੇ ਤੇ ਚੜ੍ਹਾਈ ਕਰਕੇ ਆਵੇਗਾ ਤਾਂ ਗੁਰਤਾ ਗੱਦੀ ਦੇਣ ਤੋਂ ਬਾਅਦ ਛੇਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਤੁਮ ਪਰ ਚੜ੍ਹ ਕਰ ਪਿਆਨਾ, ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਉੱਪਰ ਚੜ੍ਹਾਈ ਕਰਕੇ ਹੰਕਾਰ ਦੇ ਵਿੱਚ ਆਏਗਾ, ਸੋ ਨ ਆਵਨ ਪਾਵੈ ਕੈਸੇ। ਕਹਿਣ ਲੱਗੇ ਕਿ ਹੇ ਸ਼੍ਰੀ ਹਰਿਰਾਏ ਸਾਹਿਬ, ਯਾਦ ਰੱਖਣਾ ਉਹ ਕਦੇ ਵੀ ਤੁਹਾਡੇ ਨੇੜੇ ਨਹੀਂ ਆ ਸਕੇਗਾ, ਉਹ ਤੁਹਾਡਾ ਕਦੇ ਮੁਕਾਬਲਾ ਨਹੀਂ ਕਰ ਸਕੇਗਾ। ਹਮੇਸ਼ਾ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਨਾਲ ਹਨ ਅਤੇ ਦੁਸ਼ਮਣ ਦੀ ਕਦੇ ਪਰਵਾਹ ਨਹੀਂ ਕਰਨਾ, ਉਹ ਕਦੇ ਤੁਹਾਨੂੰ ਛੂਹ ਨਹੀਂ ਸਕਦੇ ਹਨ। ਫਲ ਪਰੈ ਘਨ ਧੁੰਦੈ ਜੈਸੇ। ਔਰ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿਣ ਲੱਗੇ ਸਾਰੇ ਨਿਸਫਲ ਹੋ ਜਾਣਗੇ। ਇਹ ਗੁਰੂ ਨਾਨਕ ਸਾਹਿਬ ਜੀ ਦਾ ਵੱਡਾ ਘਰ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵੀ ਵੱਡੇ ਤੋਂ ਵੱਡੇ ਦਲ ਆਉਂਦੇ ਰਹੇ, ਪਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਦੇੜ ਕੇ ਰੱਖ ਦਿੱਤੇ, ਕੋਈ ਸਤਿਗੁਰਾਂ ਦੇ ਨੇੜੇ ਨਹੀਂ ਹੋ ਸਕਿਆ। ਔਰ ਗਰੀਬ ਨਿਵਾਜ ਨੇ ਫਿਰ ਬਚਨ ਕੀਤਾ ਹੈ, ਕਹਿਣ ਲੱਗੇ ਅਗਾਂਹ ਵੀ ਜਿਹੜਾ ਆਏ ਪਰੇ ਘਨ ਧੁੰਦੇ ਜੈਸੇ। ਕਹਿਣ ਲੱਗੇ ਕਿ ਜਿਸ ਤਰ੍ਹਾਂ ਹਵਾ ਧੁੰਦ ਦੇ ਰੂਪ ਦੇ ਵਿੱਚ ਕਈ ਵਾਰੀ ਆਕਾਸ਼ ਨੂੰ ਢੱਕਦੀ ਹੈ ਧੁੰਦ, ਪਰ ਜਦੋਂ ਸੂਰਜ ਚੜ੍ਹਦਾ ਹੈ ਤੇ ਸਿਆਲਾਂ ਦੇ ਵਿੱਚ ਧੁੰਦ ਥੱਲੇ ਡਿੱਗ ਜਾਂਦੀ ਹੈ। ਉਸੇ ਵੇਲੇ ਜਿਹੜਾ ਸੂਰਜ ਹੈ ਨਾ, ਉਹਨੂੰ ਧੁੰਦ ਬਹੁਤਾ ਲੰਮਾ ਢੱਕ ਨਹੀਂ ਸਕਦੀ। ਸੂਰਜ ਦਾ ਜਦੋਂ ਤਪ ਵੱਧਦਾ ਹੈ, ਤੇਜ ਵੱਧਦਾ ਹੈ, ਨੇ ਸੂਰਜ ਨੂੰ ਢੱਕ ਲਿਆ ਹੁੰਦਾ ਹੈ, ਕੱਜ ਲਿਆ ਹੁੰਦਾ ਹੈ, ਉਹ ਸਾਰੀ ਫਿਰ ਧਰਤੀ ਤੇ ਡਿੱਗ ਜਾਂਦੀ ਹੈ, ਫਿਰ ਪ੍ਰਕਾਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪ੍ਰਤਾਪ ਹੈ, ਐਸੀ ਮਹਿਮਾ ਹੈ। ਔਰ ਇਹਦੇ ਤਪ ਦੇ ਅੱਗੇ ਧੁੰਦ ਰੂਪੀ ਜਿਹੜੇ ਦੁਸ਼ਮਣਾਂ ਦੇ ਕਾਫਲੇ ਹਨ, ਉਹ ਟਿਕ ਨਹੀਂ ਸਕਦੇ ਹਨ। ਹੋਰੇ ਸਮਗਰ ਹੈ ਮਗ ਮਾਹੀ। ਔਰ ਕਹਿਣ ਲੱਗੇ ਜਿਸ ਤਰ੍ਹਾਂ ਆਕਾਸ਼ ਦੇ ਵਿੱਚੋਂ ਗੜੇ ਡਿੱਗਦੇ ਹਨ, ਔਰ ਪਰ ਜਿਹੜਾ ਇੱਕ ਛੋਟਾ ਜਿਹਾ ਬਰਫੀਲਾ ਇੱਕ ਟੁਕੜਾ ਹੈ, ਉਹ ਬਹੁਤਾ ਸਮਾਂ ਨਹੀਂ ਰਹਿੰਦਾ, ਥੋੜ੍ਹੇ ਕੁ ਚਿਰ ਬਾਅਦ ਉਹ ਖੁਰ ਜਾਂਦਾ ਹੈ, ਪਾਣੀ ਦਾ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਬਚਨ ਕੀਤਾ, ਜਿਹੜਾ ਵੀ ਕੋਈ ਚੜ੍ਹ ਕੇ ਆਏਗਾ ਉਹ ਤੁਹਾਡੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਖੁਰ ਜਾਏਗਾ, ਖਤਮ ਹੋ ਜਾਏਗਾ, ਮਿਟ ਜਾਏਗਾ। ਗਰੀਬ ਨਿਵਾਜ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸੇ ਬਚਨ ਕਮਲਾ ਪ੍ਰਾਪਤ ਹੋਵੇ ਨਾਹੀ। ਔਰ ਕੋਈ ਵੀ ਤੁਹਾਡੇ ਨੇੜੇ ਤੁਹਾਡਾ ਕਿਤੇ ਵੀ ਮੁਕਾਬਲਾ ਨਹੀਂ ਹੋਏਗਾ। ਇਹ ਪਰ ਤੁਮ ਕੋ ਅਨਮਿਟ ਜਾਨੋ। ਔਰ ਕਹਿਣ ਲੱਗੇ ਇਹ ਜਿਹੜਾ ਵਾਰ ਹੈ ਨਾ, ਇਹ ਜਿਹੜੀ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ, ਇਹ ਹਮੇਸ਼ਾ ਯਾਦ ਰੱਖਣੀ ਕਿ ਦੁਸ਼ਮਣ ਕਦੇ ਵੀ ਤੁਹਾਨੂੰ ਜਿੱਤ ਨਹੀਂ ਸਕੇਗਾ। ਵਾਰ ਤੁਮ ਕੋ ਅਨਮਿਟ ਜਾਨੋ, ਇਹ ਤੁਹਾਨੂੰ ਵਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ। ਔਰ ਇਹਨੂੰ ਅਨਮਿਟਿਆ ਕਹਿਣ ਤੋਂ ਭਾਵ ਕਦੇ ਵੀ ਮਿਟਣ ਵਾਲਾ ਇਹ ਨਹੀਂ ਹੈ। ਇਹ ਬਚਨ ਅਟਲ ਹੈ ਕਿ ਕਦੇ ਵੀ ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕੇਗਾ। ਬੈਠੇ ਸਦਾ ਆਨੰਦ ਕੋ ਠਾਨੋ। ਔਰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਰਹਿ ਕਰਕੇ ਜਗਤ ਦਾ ਸਿੱਖ ਸੰਗਤ ਦਾ ਭਲਾ ਕਰੋ ਔਰ ਆਨੰਦ ਨੂੰ ਪ੍ਰਾਪਤ ਕਰੋ ਜੀ। ਸੁਨ ਕਰ ਸ੍ਰੀ ਹਰਿ ਰਾਏ ਆਨੰਦੇ। ਔਰ ਐਸੇ ਬਚਨ ਅਖੀਰ ਵਾਲੇ ਸਮੇਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਰਕੇ ਸ਼੍ਰੀ ਹਰਿਰਾਏ ਸਾਹਿਬ ਜੀ ਬੜੇ ਆਨੰਦਿਤ ਹੋਏ ਹਨ। ਚਰਨ ਪਿਤਾਮੇ ਕੇ ਜੁਗ ਬੰਦੇ। ਔਰ ਫਿਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਰੀਰ ਛੱਡਣਾ ਹੈ, ਹੁਣ ਕਰਨਾ ਹੈ, ਕੁਝ ਕੁ ਸਮੇਂ ਬਾਅਦ ਉਹਨਾਂ ਨੂੰ ਬੰਦਨਾ ਕੀਤੀ ਹੈ। ਭਾਨੇ ਸੋ ਕਹਿਓ ਤੁਮ ਨਿਜ ਨੰਦਨ ਆਨ। ਔਰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਬੈਠੀ ਹੈ ਤੇ ਸਤਿਗੁਰਾਂ ਨੇ ਭਾਨਾ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ, ਬਾਬਾ ਭਾਨਾ ਜੀ ਨੂੰ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ। ਕਹਿਣ ਲੱਗੇ ਸਾਹਿਬ ਭਾਨੇ ਸੋ ਕਹਿਓ ਤੁਮ ਨਿਜ ਨੰਦਨ ਆਨ।
ਕਹਿਣ ਲੱਗੇ हे ਭਾਈ ਭਾਨਾ ਜੀ, ਆਪਣੇ ਜਿਹੜੇ ਪੁੱਤਰ ਹਨ ਉਹਨਾਂ ਨੂੰ ਜਾ ਕਰਕੇ ਤੁਸੀਂ ਸ਼੍ਰੀ ਹਰਿ ਸਾਹਿਬ ਜੀ ਦੇ ਕੋਲ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਭੇਜ ਦਵੋ ਜੀ। ਸ੍ਰੀ ਹਰਿ ਰਾਏ ਸਮੀਪ ਰਖ ਸਦਾ ਰਹਿ ਸੁਖ ਠਾਮ। ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਜੀ ਉਹਨਾਂ ਨੂੰ ਆਪਣੇ ਕੋਲ ਰੱਖ ਕੇ ਤੇ ਹਮੇਸ਼ਾ ਆਨੰਦ ਬਖਸ਼ਣਗੇ, ਉਹਨਾਂ ਦਾ ਭਲਾ ਹੋਏਗਾ ਔਰ ਇਹਨਾਂ ਦੀ ਸੰਗਤ ਕਰਕੇ ਉਹ ਤਰ ਜਾਣਗੇ। ਚੌਪਈ ਰਾਮਦਾਸ ਕੇ ਗ੍ਰਾਮ ਮਝਾਰੇ। ਔਰ ਕਹਿਣ ਲੱਗੇ हे ਭਾਈ ਭਾਨਾ ਜੀ, ਹੁਣ ਰਾਮਦਾਸ ਕੇ ਗ੍ਰਾਮ ਮਝਾਰੇ, ਜਿਸ ਨਗਰ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਅਕਾਲ ਚਲਾਣਾ ਕੀਤਾ ਸੀ, ਰਾਮਦਾਸ ਦੀ ਧਰਤੀ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕੋਲ ਮੌਜੂਦ ਸਨ। ਔਰ ਉਸ ਪਾਵਨ ਸਥਾਨ ਤੇ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਰਾਮਦਾਸ ਕੇ ਗ੍ਰਾਮ ਮਝਾਰੇ ਜਾਓ ਭਾਈ ਭਾਨਾ ਜੀ, ਤੁਸੀਂ ਆਪਣੇ ਪਿਤਾ ਵਾਲੇ ਪਿੰਡ ਰਾਮਦਾਸ ਦੀ ਧਰਤੀ ਤੇ ਤੁਸੀਂ ਪਹੁੰਚ ਜਾਵੋ ਜੀ। ਤਨ ਕੋ ਤਿਆਗੋ ਤਹਾਂ ਸੁਖਾਰੇ। ਔਰ ਕੁਝ ਸਮੇਂ ਬਾਅਦ ਤੁਹਾਡਾ ਵੀ ਜਿਹੜਾ ਸੰਸਾਰ ਛੱਡਣ ਦਾ ਸਮਾਂ ਆਉਣ ਵਾਲਾ ਹੈ ਔਰ ਤੁਸੀਂ ਵੀ ਉੱਥੇ ਆਨੰਦ ਸਹਿਤ ਰਹੋ, ਮਾਲਕ ਦੀ ਬੰਦਗੀ ਦੇ ਵਿੱਚ ਜੁੜੋ ਔਰ ਉੱਥੇ ਜਾ ਕਰਕੇ ਤਨ ਕੋ ਤਿਆਗੋ ਤਹਾਂ ਸੁਖਾਰੇ, ਔਰ ਸੌਖੇ ਢੰਗ ਦੇ ਨਾਲ ਤੁਸੀਂ ਮਾਲਕ ਦੇ ਆਨੰਦ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਉੱਥੇ ਜਾ ਕਰਕੇ ਤਨ ਛੱਡੋਗੇ। ਇਸ ਕਰਕੇ हे ਭਾਈ ਭਾਨਾ ਜੀ, ਤੁਸੀਂ ਵੀ ਆਪਣੇ ਨਗਰ ਰਾਮਦਾਸ ਦੀ ਧਰਤੀ ਤੇ ਪਹੁੰਚ ਜਾਵੋ ਜੀ। ਰਾਏ ਜੋਤ ਸੋ ਬਹੁਰ ਬਖਾਨਾ। ਔਰ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਾਏ ਜੋਧ, ਜਿਹੜਾ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਪਿਆਰਾ ਸੇਵਕ ਹੈ, ਜੱਗਾਂ ਯੁੱਧਾਂ ਦੇ ਵੇਲੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਿਹਾ, ਚਰਨਾਂ ਦੇ ਵਿੱਚ ਰਿਹਾ ਔਰ ਆਪਣੇ ਸਾਰੇ ਯੋਧੇ ਲੈ ਕਰਕੇ ਸਤਿਗੁਰਾਂ ਵਾਲੇ ਪਾਸਿਓਂ ਜੰਗ ਲੜਦਾ ਰਿਹਾ, ਸੈਨਾਪਤੀ ਬਣ ਕੇ ਗੁਰੂ ਕੇ ਚਰਨਾਂ ਦੇ ਵਿੱਚ ਰਾਏ ਜੋਧ ਸ਼ਾਹ ਬੈਠਾ ਹੈ। ਰਾਏ ਜੋਧ ਸੋ ਬਹੁਰ ਬਖਾਨਾ, ਛੇਵੇਂ ਪਾਤਸ਼ਾਹ ਜੀ ਨੇ ਫਿਰ ਰਾਏ ਜੋਧ ਨੂੰ ਸੰਬੋਧਨ ਹੁੰਦਿਆਂ ਬਚਨ ਕੀਤਾ ਹੈ। ਅਵ ਪਾਸ਼ਾ ਅਵ ਲੋਕ ਵਿਧਾਨਾ। ਔਰ ਕਹਿਣ ਲੱਗੇ ਕਿ ਭਾਈ हे ਰਾਏ ਜੋਧ ਸ਼ਾਹ, ਤੁਸਾਂ ਨੇ ਜਦੋਂ ਅਸੀਂ ਸਰੀਰ ਛੱਡਾਂਗੇ ਸਾਰੀ ਕਿਰਿਆ ਕਰਕੇ, ਸਾਰੀ ਮਰਿਆਦਾ ਨਿਭਾ ਕਰਕੇ ਚੱਲਣਾ ਹੈ। ਉਨ ਕਾਂਗੜ ਕੋ ਜਾਹ ਸੁਖਾਰੇ। ਔਰ ਫਿਰ ਆਪਣਾ ਜਿਹੜਾ ਨਗਰ ਹੈ ਕਾਂਗੜ, ਉੱਥੇ ਪਹੁੰਚ ਕਰੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਪੁਨ ਕਾਂਗੜ ਕੋ ਜਾਹੋ ਸੁਖਾਰੇ। ਫਿਰ ਆਪਣੇ ਨਗਰ ਕਾਂਗੜ ਜਾਓ ਤੇ ਸੁੱਖਾਂ ਦੇ ਨਾਲ ਆਨੰਦ ਦੇ ਨਾਲ ਬਾਕੀ ਜਿਹੜਾ ਜੀਵਨ ਤੁਹਾਡਾ ਬਤੀਤ ਹੋਏਗਾ ਮਾਲਕ ਦੀ ਭਗਤੀ ਦੇ ਵਿੱਚ, ਉੱਥੇ ਪਹੁੰਚੋ ਜੀ। ਭੋਗੋ ਪ੍ਰਾਲ ਬਦ ਤਨ ਧਾਰੇ। ਔਰ ਸੰਸਾਰ ਦੇ ਹਰ ਤਰ੍ਹਾਂ ਦੇ ਆਨੰਦ ਔਰ ਭਗਤੀ ਦਾ ਜਿਹੜਾ ਆਨੰਦ ਹੈ ਉਹ ਤੁਹਾਨੂੰ ਪ੍ਰਾਪਤ ਹੋਏਗਾ, ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ ਔਰ ਬਾਕੀ ਜਿਹੜਾ ਜੀਵਨ ਹੈ ਉਹ ਭਗਤੀ ਦੇ ਵਿੱਚ ਬਤੀਤ ਕਰੋ ਜੀ। ਅੰਤ ਸਮੇਂ ਹਮ ਹੋਏ ਸਹਾਏ। ਔਰ हे ਰਾਏ ਜੋਧ ਸ਼ਾਹ, ਜਦੋਂ ਤੁਸੀਂ ਸਰੀਰ ਛੱਡੋਗੇ ਅਸੀਂ ਸਹਾਈ ਹੋਵਾਂਗੇ ਔਰ ਤੁਹਾਡਾ ਭਲਾ ਹੋਏਗਾ, ਤੁਹਾਡੀ ਬੰਦ ਖਲਾਸੀ ਹੋਵੇਗੀ। ਸਤਨਾਮ ਸਿਮਰੋ ਲੇਵਲਾ। ਸਮਾਂ ਕੱਢ ਕੇ ਤੇ ਜਪ ਮਨ ਸਤਨਾਮ, ਸਦਾ ਸਤਨਾਮ, ਹਮੇਸ਼ਾ ਮਾਲਕ ਦੇ ਚਰਨਾਂ ਦੇ ਵਿੱਚ ਧਿਆਨ ਜੋੜ ਕੇ ਰੱਖਣਾ ਹੈ ਤੇ ਉਸ ਮਾਲਕ ਦਾ ਸ਼ੁਕਰ ਕਰਨਾ ਹੈ, ਬਾਕੀ ਜੀਵਨ ਆਨੰਦ ਦੇ ਵਿੱਚ ਬਤੀਤ ਕਰਨਾ ਹੈ। हे ਰਾਏ, ਦਿਨ ਰਾਤ ਧਿਆਨ ਪਰਮਾਤਮਾ ਦੀ ਇਬਾਦਤ ਦੇ ਵਿੱਚ ਲਾਉਣਾ ਹੈ। ਤਿਮਹੀ ਰੂਪਾ ਨਿਜ ਕਰ ਰਹੈ। ਔਰ ਫਿਰ ਭਾਈ ਰੂਪਾ ਜੀ ਗੁਰੂ ਕੇ ਚਰਨਾਂ ਦੇ ਅਨੰਨ ਪਿਆਰੇ ਸੇਵਕ ਸਤਿਗੁਰਾਂ ਨੇ ਉਹਨਾਂ ਨੂੰ ਵੀ ਸੰਬੋਧਨ ਹੋਇਆ ਬਚਨ ਕੀਤਾ ਹੈ, हे ਭਾਈ ਰੂਪਾ ਜੀ, ਤੁਸੀਂ ਵੀ ਆਪਣਾ ਨਗਰ ਜਿਹੜਾ ਕੁਝ ਸਮਾਂ ਪਹਿਲਾਂ ਵਸਾਇਆ ਹੈ, ਜਿੱਥੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਚਰਨ ਪਾਏ ਸਨ ਔਰ ਉੱਥੇ ਨਗਰ ਭਾਈ ਰੂਪਾ ਜੀ ਵਸਾਇਆ ਹੋਇਆ ਸੀਗਾ। ਕਹਿਣ ਲੱਗੇ ਜਾਓ ਉਹ ਤੁਸੀਂ ਵੀ ਉੱਥੇ ਪਹੁੰਚੋ ਜੀ। ਅੰਤ ਪਰਮ ਪਦ ਕੋ ਇਹ ਲਹੈ। ਔਰ ਤੁਸੀਂ ਵੀ ਅੰਤ ਨੂੰ ਇਹ ਜਿਹੜੀ ਪਰਮ ਗਤੀ ਹੈ ਨਾ ਉਹ ਪ੍ਰਾਪਤ ਕਰੋਗੇ।
ਤੁਹਾਡਾ ਵੀ ਭਲਾ ਹੋਏਗਾ, ਜੀਵਨ ਸਫਲ ਹੋਏਗਾ। ਮਾਲਕ ਦੇ ਨਾਲ ਜੁੜ ਕੇ ਤੁਸੀਂ ਵੀ ਆਪਣੇ ਕਰਮ ਉੱਚੇ ਸੁੱਚੇ ਬਣਾ ਕਰਕੇ ਜੀਵਨ ਸਫਲ ਕੀਤਾ ਹੈ। ਕਰੋ ਦੇਗ ਗੁਰ ਹਿਤ ਵਰਤਾਵੋ। ਔਰ ਜਿਸ ਤਰ੍ਹਾਂ ਪਹਿਲਾਂ ਵੀ ਬਚਨ ਕੀਤਾ ਹੈ, ਜਿਹੜੇ ਢੰਗ ਦੇ ਨਾਲ ਤੁਸੀਂ ਪਹਿਲਾਂ ਵੀ ਕਾਰਜ ਕਰ ਰਹੇ ਹੋ, ਉਸੇ ਤਰ੍ਹਾਂ ਕਾਰਜ ਅੱਗੇ ਕਰਦੇ ਜਾਵੋ। ਕਿਉਂਕਿ ਆਪਾਂ ਪਿੱਛੇ ਇਤਿਹਾਸ ਸਰਵਣ ਕੀਤਾ ਹੈ, ਭਾਈ ਸਾਧੂ ਜੀ ਤੇ ਭਾਈ ਰੂਪਾ ਜੀ। ਭਾਈ ਸਾਧੂ ਜੀ ਪਿਤਾ ਜੀ ਸਨ ਤੇ ਭਾਈ ਰੂਪਾ ਜੀ ਇਹ ਦੋਨੋਂ ਹੀ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨੰਨ ਪਿਆਰੇ ਪਿਤਾ ਅਤੇ ਪੁੱਤਰ ਸੇਵਕ ਹਨ। ਔਰ ਸਤਿਗੁਰੂ ਨੂੰ ਜਦੋਂ ਇਹਨਾਂ ਨੇ ਠੰਡਾ ਜਲ ਛਕਾਇਆ ਸੀਗਾ, ਦੁਪਹਿਰ ਦੇ ਵੇਲੇ ਪਾਤਸ਼ਾਹ ਜੀ ਗਏ ਸਨ, ਉਦੋਂ ਸਤਿਗੁਰਾਂ ਨੇ ਬਚਨ ਕੀਤਾ ਸੀ, ਹੁਣ ਭਾਈ ਨਾਲ ਗੁਰੂ ਕਾ ਲੰਗਰ ਵੀ ਚਲਾਵੋ, ਭੁੱਖਿਆਂ ਨੂੰ ਲੋੜਵੰਦਾਂ ਨੂੰ ਲੰਗਰ ਛਕਾਓ। ਉਦੋਂ ਤੋਂ ਆਪਣੇ ਘਰ ਦੇ ਵਿੱਚ ਇਹ ਲੰਗਰ ਚਲਾ ਰਹੇ ਸਨ, ਜਿਹੜਾ ਲੰਗਰ ਅੱਜ ਵੀ ਭਾਈ ਰੂਪਾ ਜੀ ਦੇ ਘਰ ਦੇ ਵਿੱਚ ਚੱਲਦਾ ਹੈ। ਅੱਜ ਵੀ ਗੁਰੂ ਘਰ ਬਣਿਆ ਹੋਇਆ ਹੈ ਅਤੇ ਲੰਗਰ 24 ਘੰਟੇ ਚੱਲਦਾ ਹੈ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਹੀ। ਔਰ ਪਾਤਸ਼ਾਹ ਜੀ ਨੇ ਬਚਨ ਕੀਤਾ, ਹੈ ਭਾਈ ਰੂਪਾ ਜੀ ਮਾਲਕ ਦੀ ਬੰਦਗੀ ਕਰਨੀ ਹੈ, ਔਰ ਜਿਹੜਾ ਨਗਰ ਵਸਾਇਆ ਹੈ ਉੱਥੇ ਜਿਹੜਾ ਵੀ ਲੋੜਵੰਦ ਆਵੇ, ਕੋਈ ਭੁੱਖਾ ਆਵੇ, ਕੋਈ ਪਰਮੇਸ਼ਰ ਦਾ ਪਿਆਰਾ ਆਵੇ, ਔਰ ਉਹਨਾਂ ਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਗੁਰੂ ਕਾ ਲੰਗਰ ਛਕਾ ਕਰਕੇ ਪ੍ਰਸੰਨ ਕਰਨਾ ਹੈ। ਇਹ ਤੁਹਾਡੀ ਸੇਵਾ ਹੈ। ਭਾਈ ਰੂਪਾ ਜੀ ਨੂੰ ਛੇਵੇਂ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਹਨ। ਸਿੱਖੀ ਕੋ ਕਮਾਏ ਸੁਖ ਪਾਵੋ। ਔਰ ਇਹ ਸਿੱਖੀ ਹੈ, ਜਿਸ ਤਰ੍ਹਾਂ ਆਪਾਂ ਬਚਨ ਪੜ੍ਹਦੇ ਨਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਵੰਡ ਛਕਣ ਦਾ ਇਹ ਸਿਧਾਂਤ ਹੈ। ਕਿਰਤ ਵਿਰਤ ਕਰ ਹੱਥ ਧਰਮ ਦੇ ਹੱਥੋਂ ਦੇ ਕੇ ਭਲਾ ਮਨਾਵੇ। ਗੁਰੂ ਕਾ ਸਿੱਖ ਕਿਰਤ ਕਰਦਾ ਹੈ ਤੇ ਦਸਵੰਧ ਕੱਢੇ, ਤੇ ਜਾਂ ਤਾਂ ਗੁਰੂ ਘਰ ਦੀ ਸੇਵਾ ਦੇ ਵਿੱਚ, ਤੇ ਜਾਂ ਜਿੱਥੇ ਲੋੜ ਹੋਵੇ ਨਾ, ਲੋੜ ਵੇਖ ਕੇ ਧਿਆਨ ਦੇ ਨਾਲ ਜਿਹੜਾ ਪੈਸਾ ਹੈ ਉਹ ਟਿਕਾਣੇ 'ਤੇ ਲੱਗੇ ਗੁਰੂ ਕੇ ਸਿੱਖ ਦਾ। ਬੜੇ ਸੁਚੇਤ ਹੋ ਕੇ ਧਿਆਨ ਨਾਲ ਜਿਹੜੀ ਸੇਵਾ ਉਹ ਕਰਨੀ ਹੈ। ਇਹ ਭਾਈ ਰੂਪਾ ਜੀ ਜਿਹੜਾ ਕੋਈ ਲੋੜਵੰਦ ਹੋਏ ਨਾ, ਉਹਦੇ ਉੱਤੇ ਦਇਆ ਕਰਨੀ ਹੈ, ਉਹਦਾ ਭਲਾ ਕਰਨਾ ਹੈ। ਤੁਮ ਦੋਨੋਂ ਕੀ ਸੰਤਤ ਜੋਈ। ਔਰ ਬਚਨ ਕੀਤਾ ਰਾਏ ਜੋਧ ਸ਼ਾਹ ਨੂੰ ਤੇ ਭਾਈ ਰੂਪਾ ਜੀ ਨੂੰ, ਕਹਿਣ ਲੱਗੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਗਾਂ ਤੁਹਾਡੀ ਅੰਸ਼ ਵੰਸ਼ ਹੋਏਗੀ, ਤੁਹਾਡੀ ਸੰਤਾਨ ਹੋਏਗੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਤੁਹਾਡਾ ਪਰਿਵਾਰ ਹੋਏਗਾ, ਮੇਲੀ ਗੁਰ ਘਰ ਸੋ ਨਿਤ ਹੋਈ। ਔਰ ਉਹਦਾ ਜਿਹੜਾ ਮੇਲ ਹੈ ਅਗਾਂਹ ਜਿਹੜੇ ਆਉਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅਗਲੇ ਵਾਰਸ ਬਣਨਗੇ ਨਾ, ਅਗਲੇ ਗੁਰੂ ਸਾਹਿਬਾਨ, ਉਹਨਾਂ ਦੇ ਨਾਲ ਤੁਹਾਡੇ ਦੋਨਾਂ ਪਰਿਵਾਰਾਂ ਦਾ ਬਹੁਤ ਨੇੜਤਾ ਹੋਏਗੀ ਅਤੇ ਉਹ ਵੱਡੀ ਸੇਵਾ ਕਮਾਉਣਗੇ ਤੁਹਾਡੇ ਵਾਂਗ। ਉਹਨਾਂ ਦਾ ਵੀ ਜੀਵਨ ਸਫਲ ਹੋ ਜਾਏਗਾ। ਕਹਿਣ ਤੋਂ ਭਾਵ ਤੁਹਾਡੀ ਜਿਹੜੀ ਕੁੱਲ ਹੈ ਉਹ ਤਰ ਜਾਏਗੀ, ਬਾਕੀ ਪਰਿਵਾਰ ਦਾ ਵੀ ਭਲਾ ਹੋਏਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਰੀਰਾਂ ਦੇ ਵਿੱਚ ਉਸ ਜਗ੍ਹਾ 'ਤੇ ਕਈ ਵਾਰ ਆਉਣਾ ਅਤੇ ਜਾਣਾ ਹੋਏਗਾ। ਭਾਵ ਜਿਹੜੇ ਅਗਲੇ ਗੁਰੂ ਸਾਹਿਬਾਨ ਹੋਣਗੇ ਅਗਲੀ ਜੋਤ ਦੇ ਵਿੱਚ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਤੁਹਾਡੇ ਨਾਲ ਗਾਂ ਪਰਿਵਾਰਾਂ ਦੇ ਨਾਲ ਨੇੜਤਾ ਰਹੇਗੀ। ਔਰ ਅਨੇਕਾਂ ਵਾਰ ਇਹਨਾਂ ਨਗਰਾਂ ਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਅਗਲੀ ਜੋਤ ਦੇ ਵਾਰਸ ਚਰਨ ਪਾ ਕਰਕੇ, ਔਰ ਇਹ ਤੁਹਾਡੀ ਸੰਤਾਨ ਦੇ ਚੰਗੇ ਭਾਗ ਹਨ। ਮਿਲੈ ਸਦਾ ਸੁਖ ਲਹੈ ਅਸ਼ੇਸ਼। ਔਰ ਅਗਾਂਹ ਤੁਹਾਡੀ ਕੁੱਲ ਗੁਰੂ ਕੇ ਚਰਨਾਂ ਦੇ ਨਾਲ ਜੁੜ ਕੇ ਅਸੀਸਾਂ ਪ੍ਰਾਪਤ ਕਰਕੇ ਆਪਣਾ ਜਨਮ ਸਫਲ ਕਰੇਗੀ। ਬਚਨ ਕੀਤਾ ਮਿਲੇ ਸਦਾ ਸੁਖ ਲਹੇ ਅਸ਼ੇਸ਼, ਮਿਲ ਕੇ ਰਹਿਣਗੇ ਗੁਰੂ ਦੇ ਨਾਲ ਔਰ ਵੱਡੇ ਸੁੱਖਾਂ ਦੀ ਪ੍ਰਾਪਤੀ ਕਰਨਗੇ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿੱਥੇ 5 ਸੁਪੁੱਤਰ ਸਨ, ਔਰ ਉੱਥੇ ਨਾਲ ਇੱਕ ਸੁਪੁੱਤਰੀ ਵੀ ਹੈ ਬੀਬੀ ਵੀਰੋ ਜੀ, ਉਹਨਾਂ ਤੱਕ ਵੀ ਸੁਨੇਹਾ ਪਹੁੰਚਿਆ ਹੈ। ਔਰ ਉਹ ਵੀ ਚੱਲ ਕੇ ਹੁਣ ਸਤਿਗੁਰਾਂ ਦੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੇ ਪਿਤਾ ਜੀ ਦਾ ਸੰਸਾਰ ਤੋਂ ਜਾਣਾ ਸੁਣਿਆ ਕਿ ਪਿਤਾ ਜੀ ਮੇਰੇ ਸਰੀਰ ਛੱਡ ਰਹੇ ਹਨ। ਇਸ ਕਰਕੇ ਬੀਬੀ ਵੀਰੋ ਜੀ ਨੇਤਰਾਂ ਦੇ ਵਿੱਚ ਬੈਰਾਗ ਹੈ ਔਰ ਬੜੀ ਨਿਮਰਤਾ ਦੇ ਨਾਲ, ਬੜੀ ਸ਼ਾਂਤੀ ਦੇ ਨਾਲ ਚੱਲ ਕੇ ਗੁਰੂ ਕੇ ਚਰਨਾਂ ਦੇ ਵਿੱਚ ਪਹੁੰਚੇ ਹਨ। ਔਰ ਪਿਤਾ ਦਾ ਜਿਹੜਾ ਮੋਹ ਹੈ ਉਹ ਮਨ ਦੇ ਵਿੱਚ ਬਹੁਤ ਵੱਡਾ ਹੈ।
ਕਿ ਪਾਤਸ਼ਾਹ ਜੀ ਪਿਤਾ ਜੀ ਸਰੀਰ ਛੱਡ ਰਹੇ ਹਨ। ਦੇਖ ਤਾਏ ਕੋ ਧੀਰਜ ਦੀਨਾ, ਔਰ ਸਤਿਗੁਰਾਂ ਨੇ ਸੁਪੁੱਤਰੀ ਨੂੰ ਵੀ ਦੇਖ ਕਰਕੇ ਧੀਰਜ ਦਿੱਤਾ, ਪਿਆਰ ਬਖਸ਼ਿਆ ਹੈ। ਕਿਉ ਐਸੇ ਹੋਏ ਮਨ ਦੀਨਾ, ਕਹਿਣ ਲੱਗੇ ਕਿਉਂ ਐਸਾ ਜਿਹੜਾ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ, ਰੁੱਖ ਧਾਰਨ ਕੀਤਾ ਹੋਇਆ, ਕਿਉਂ ਬੈਰਾਗ ਕਰ ਰਹੇ ਹੋ? ਆਪਣੀ ਸੁਪੁੱਤਰੀ ਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ ਹੈ। ਸਰਬ ਸੁਖਨ ਕੋ ਲਹੈ ਸਦੀਵ, ਕਹਿਣ ਲੱਗੇ ਹੇ ਪੁੱਤਰੀ, ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਨੰਦ ਹਰੇਕ ਤਰ੍ਹਾਂ ਦਾ ਸੁੱਖ ਪ੍ਰਾਪਤ ਕਰੋਗੇ। ਸੰਤ ਤੋਰ ਬੀਰ ਬੜ ਥੀਵ, ਔਰ ਇਹ ਜਿਹੜੀ ਕੁੱਲ ਹੈ, ਤੁਹਾਡਾ ਵੀ ਜਿਹੜਾ ਪਰਿਵਾਰ ਹੈ, ਕਹਿਣ ਲੱਗੇ ਸੰਤ ਤਤੋਰ ਵੀਰ ਬੜ ਥੀਵ, ਤੁਹਾਡੀ ਜਿਹੜੀ ਸੰਤਾਨ ਹੈ ਉਹਦੇ ਵਿੱਚੋਂ ਵੀ ਵੱਡੇ ਗੁਰੂ ਕੇ ਯੋਧੇ ਮਹਾਬਲੀ ਸੂਰਮੇ ਅਗਾਂਹ ਪੈਦਾ ਹੋਣਗੇ ਔਰ ਅੱਗੇ ਜਾ ਕਰ ਕੇ ਗੁਰੂ ਕੇ ਵੇਲੇ ਜੰਗਾਂ ਯੁੱਧਾਂ ਦੇ ਵਿੱਚ ਭਾਗ ਲੈਣਗੇ, ਵੱਡੀ ਸੇਵਾ ਕਮਾਉਣਗੇ ਜਸ ਕੋ ਲੈ ਰਹਿ ਗੁਰ ਸੰਗ, ਔਰ ਬਹੁਤ ਵੱਡਾ ਜਸ ਪ੍ਰਾਪਤ ਕਰਨਗੇ ਤੇ ਬਾਕੀ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਰਹਿਣਗੇ। ਧਰੋ ਆਨੰਦ ਸ਼ੋਕ ਦੁਖ ਭੰਗ, ਔਰ ਇਸ ਤਰ੍ਹਾਂ ਫਿਰ ਭਗਤੀ ਕਰਕੇ ਸਿਮਰਨ ਕਰਕੇ ਤੁਸੀਂ ਵੀ ਆਪਣਾ ਜੀਵਨ ਸਵਾਰੋ ਔਰ ਅਗਾਂਹ ਤੁਹਾਡੀ ਸੰਤਾਨ ਦਾ ਵੀ ਭਲਾ ਹੋਏਗਾ। ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਅੰਤ ਚਰਨਾਂ ਦੇ ਵਿੱਚ ਬੈਠੇ ਜਿਹੜੇ ਸਿੱਖ ਸਨ, ਸਾਰਿਆਂ ਨੂੰ ਆਸ਼ੀਰਵਾਦ ਬਖਸ਼ੇ ਹਨ, ਸਾਰਿਆਂ ਨੂੰ ਨਿਹਾਲ ਕੀਤਾ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਬੈਠੀ ਹੈ ਔਰ ਬਹੁਤ ਭਾਰੀ ਸ਼ਾਂਤੀ ਹੈ। ਕਿਸੇ ਦੀ ਰਸਨਾ ਤੋਂ ਕੋਈ ਬਚਨ ਜਿਹੜਾ ਹੈ, ਪਹਿਲਾਂ ਤਾਂ ਬੇਅੰਤ ਵਚਨ ਗੁਰੂ ਕੇ ਪਿਆਰੇ ਪੁੱਛਦੇ ਸਨ, ਪਰ ਅੱਜ ਪਾਤਸ਼ਾਹ ਜੀ ਸਰੀਰ ਛੱਡ ਰਹੇ ਹਨ, ਇਸ ਕਰਕੇ ਕਿਸੇ ਦੇ ਕੋਲੋਂ ਕੋਈ ਬਚਨ ਨਹੀਂ ਹੋ ਰਿਹਾ। ਤੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਵਾਰੋ ਵਾਰੀ ਸੁੰਦਰ ਉਪਦੇਸ਼ ਔਰ ਆਸ਼ੀਰਵਾਦ ਵਿੱਚ ਅਨੇਕਾਂ ਤਰ੍ਹਾਂ ਦੀ ਸੁੱਖ ਆਨੰਦ ਬਖਸ਼ੇ ਹਨ ਕਿ ਭਾਈ ਤੁਹਾਨੂੰ ਸਿੱਖੀ ਦੀ ਦਾਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋਏਗੀ, ਤੁਹਾਡਾ ਜਨਮ ਸਵਰੇਗਾ। ਸੋਹਣੇ ਉਪਦੇਸ਼ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਤਲੇ ਸਮੇਂ ਅੰਤਲੇ ਪਲਾਂ ਦੇ ਵਿੱਚ ਦਿੱਤੇ ਹਨ। ਅਗਲੇਰਾ ਜਿਹੜਾ ਇਤਿਹਾਸ ਹੈ ਉਹ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ, ਕਿਉਂਕਿ ਅੱਜ ਦੂਸਰੇ ਪਾਤਸ਼ਾਹ ਗਰੀਬ ਨਿਵਾਜ ਸਹਿ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਹੈ, ਦਿਹਾੜਾ ਹੈ। ਜਦੋਂ ਅਸੀਂ ਸਹਿ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਤੇ ਜ਼ਿਕਰ ਮਿਲਦਾ ਹੈ ਕਿ ਮੱਤੇ ਦੀ ਸਰਾਂ 63 ਕੁੱਲ ਦੇ ਵਿੱਚ ਪਰਿਵਾਰ ਦੇ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਦਾ 504 ਈਸਵੀ ਦੇ ਵਿੱਚ ਫੇਰੂਮੱਲ ਜੀ ਦੇ ਘਰ ਦੇ ਵਿੱਚ ਸਹਿ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਦਾ ਅਤੀ ਸਤਿਕਾਰਯੋਗ ਬਾਬਾ ਫੇਰੂਮੱਲ ਜੀ ਦੇ ਗ੍ਰਹਿ ਦੇ ਵਿੱਚ ਪ੍ਰਕਾਸ਼ ਹੋਇਆ ਹੈ। ਔਰ ਗਰੀਬ ਨਿਵਾਜ ਗੁਰੂ ਅੰਗਦ ਦੇਵ ਜੀ ਬਚਪਨ ਦਾ ਜਿਹੜਾ ਨਾਮ ਹੈ ਇਹਨਾਂ ਦਾ ਲਹਿਣਾ ਹੈ। ਭਾਈ ਲਹਿਣਾ ਜੀ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ ਹਨ ਔਰ ਗੁਰਬਾਣੀ ਦੇ ਵਿੱਚ ਵੀ ਇਹ ਜਿਹੜਾ ਨਾਮ ਹੈ ਥਾਪਿਆ ਲਹਿਣਾ ਜੀਵਦੈ ਗੁਰ ਆਈ ਸਿਰ ਛਤਰ ਫਰਾਇਆ, ਐਸੇ ਜਿਹੜੇ ਨਾਮ ਗੁਰਬਾਣੀ ਦੇ ਵਿੱਚ ਵੀ ਭਾਈ ਲਹਿਣਾ ਜੀ ਦੇ ਬਣੇ ਉਹਨਾਂ ਦੇ ਦਰਜ ਹਨ। ਹੁਣ ਜ਼ਿਕਰ ਮਿਲਦਾ ਹੈ ਸਖੀ ਸਰਵੀ ਦੇ ਉਪਾਸ਼ਕ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਦਾ ਪਰਿਵਾਰ ਦਾ ਮੰਨਣਾ ਸੀਗਾ, ਜਾਂਦੇ ਸਨ ਯਾਤਰਾ ਤੇ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਵੀ ਆਪਣੇ ਨਗਰ ਤੋਂ ਯਾਤਰਾਵਾਂ ਦੇ ਨਾਲ ਚੱਲਦੇ ਸਨ, ਮੰਡਲੀਆਂ ਦੇ ਨਾਲ ਲੋਕ ਇਕੱਠੇ ਹੋ ਕੇ ਤੀਰਥਾਂ ਤੇ ਜਾਂਦੇ ਸਨ। ਜੰਮੂ ਵਾਲੇ ਪਾਸੇ ਔਰ ਰਾਏ ਜੋਧ ਸ਼ਾਹ ਭਾਈ ਜੋਧ ਸ਼ਾਹ ਤੋਂ ਬਚਨ ਇੱਕ ਵਾਰੀ ਅੰਮ੍ਰਿਤ ਗੁਰਬਾਣੀ ਧੰਨ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਹੋਏ ਸੁਣੇ ਹਨ ਔਰ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਭਾਈ ਲਹਿਣਾ ਜੀ ਨੇ ਕਈ ਵਾਰ ਸੁਣੀ ਹੈ। ਤੇ ਜਦੋਂ ਇੱਕ ਵਾਰੀ ਜੰਮੂ ਨੂੰ ਜਾ ਰਹੇ ਹਨ ਤੇ
ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਨੇੜਿਓਂ ਜਦੋਂ ਇਹ ਸਾਰੇ ਯਾਤਰੀ ਲੰਘਣ ਲੱਗੇ ਤੇ ਜ਼ਿਕਰ ਮਿਲਦਾ ਹੈ ਕਿ ਭਾਈ ਲਹਿਣਾ ਜੀ ਨੇ ਆਪਣਾ ਜਿਹੜਾ ਜਾ ਰਿਹਾ ਟੋਲਾ ਹੈ, ਮੰਡਲੀ ਜਿਹੜੀ ਹੈ, ਜਥਾ ਜਿਹੜਾ ਹੈ, ਕਿਉਂਕਿ ਰਸਤੇ ਦੇ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਸੰਗਤ ਜਾਂਦੀ ਸੀਗੀ, ਲੋਕ ਇਕੱਤਰ ਹੋ ਕੇ ਧਾਰਮਿਕ ਸਥਾਨਾਂ 'ਤੇ ਯਾਤਰਾ ਵਾਸਤੇ ਜਾਂਦੇ ਸਨ ਤੇ ਕਿਤੇ ਕਿਤੇ ਟਿਕਾਣਾ ਕੀਤਾ ਜਾਂਦਾ ਹੈ, ਉੱਥੇ ਫਿਰ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਦੇ ਸਨ। ਆਪਣੇ ਆਪਣੇ ਘੋੜਿਆਂ ਤੇ ਗੱਡਿਆਂ ਤੇ ਸਮਾਨ ਰੱਖਿਆ ਹੁੰਦਾ ਸੀ, ਵੱਡੀਆਂ ਸਨ। ਤੇ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਦੇ ਨੇੜਿਓਂ ਦੀ ਲੰਘਣ ਲੱਗੇ ਤੇ ਪਤਾ ਲੱਗਿਆ ਹੈ ਗੁਰੂ ਨਾਨਕ ਦੇ ਡੇਰੇ ਲਾਏ ਹੋਏ ਹਨ। ਨੇੜੇ ਹੀ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਵੀ ਹੈ ਤੇ ਜ਼ਿਕਰ ਮਿਲਦਾ ਹੈ ਕਿ ਆਪਣੇ ਜਥੇ ਨੂੰ ਉਹਨਾਂ ਨੇ ਜਦੋਂ ਵਿਸਰਾਮ ਕਰਨ ਵਾਸਤੇ ਤੇ ਜਾਂ ਛਕਣ ਛਕਾਉਣ ਵਾਸਤੇ ਕੁਝ ਸਮਾਂ ਇੱਥੇ ਰੁਕੇ ਹਨ ਤੇ ਭਾਈ ਲਹਿਣਾ ਜੀ ਦੇ ਮਨ ਦੇ ਵਿੱਚ ਪਹਿਲਾਂ ਹੀ ਲੰਮੇ ਸਮੇਂ ਤੋਂ ਇੱਛਾ ਸੀਗੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰ। ਜਦੋਂ ਨੇੜੇ ਆਏ ਤੇ ਉਹਨਾਂ ਤੋਂ ਆਗਿਆ ਲੈ ਕਰਕੇ ਕਿ ਮੈਂ ਥੋੜੇ ਸਮੇਂ ਬਾਅਦ ਆਉਂਦਾ ਹਾਂ, ਲਹਿਣਾ ਜੀ ਇੱਕ ਘੋੜੀ ਤੇ ਸਵਾਰ ਹੋ ਕਰਕੇ ਤੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਉਧਰ ਚੱਲ ਪਏ। ਔਰ ਇਤਿਹਾਸ ਦੇ ਜ਼ਿਕਰ ਮਿਲਦਾ ਹੈ ਕਿ ਨਗਰ ਤੋਂ ਬਾਹਰ ਹੀ ਸਨ ਤੇ ਇੱਕ ਪੁਰਸ਼ ਮਿਲਿਆ ਹੈ, ਸਾਦਾ ਜਿਹਾ ਲਿਬਾਸ ਹੈ, ਖੇਤਾਂ ਦੇ ਵਿੱਚੋਂ ਕੰਮ ਕਰਕੇ ਵਾਪਸ ਆ ਰਹੇ ਹਨ ਤੇ ਮਨ ਦੇ ਵਿੱਚ ਖਿਆਲ ਆਇਆ ਇਸ ਪੁਰਸ਼ ਤੋਂ ਪੁੱਛਾਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿੱਥੇ ਹੈ। ਪੁੱਛਿਆ ਕਿ ਹੇ ਪੁਰਸ਼ਾ, ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਨੇ ਹਨ, ਉਹਨਾਂ ਦਾ ਘਰ ਕਿੱਥੇ ਹੈ। ਤੇ ਉਹ ਜਿਹੜਾ ਪੁਰਸ਼ ਹੈ ਉਹ ਕਹਿਣ ਲੱਗੇ ਕਿ ਭਾਈ ਚੱਲ, ਅਸੀਂ ਵੀ ਉੱਥੇ ਜਾ ਰਹੇ ਹਾਂ, ਕੋਈ ਗੱਲ ਨਹੀਂ, ਘੋੜੀ ਤੇ ਬੈਠੇ ਰਹੋ, ਵਾਗਾ ਮੈਨੂੰ ਪਕੜਾ ਦਿਓ, ਮੈਂ ਸਿੱਧਾ ਘਰ ਦੇ ਵਿੱਚ ਹੀ ਲੈ ਚੱਲਦਾ ਹਾਂ। ਭਾਈ ਲਹਿਣਾ ਜੀ ਦੀਆਂ ਘੋੜੀ ਦੀਆਂ ਵਾਗਾਂ ਪਕੜ ਕਰਕੇ ਜਿਹੜਾ ਪੁਰਸ਼ ਅੱਗੇ ਅੱਗੇ ਚੱਲ ਰਿਹਾ ਸੀ, ਲਹਿਣਾ ਜੀ ਨੇ ਤਾਂ ਕੇਵਲ ਨਾਮ ਸੁਣਿਆ ਹੈ ਜਾਂ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਦੀਦਾਰ ਅਜੇ ਤੱਕ ਕੀਤੇ ਨਹੀਂ, ਕਦੇ ਮਿਲੇ ਨਹੀਂ। ਔਰ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਖੇਤਾਂ ਦੇ ਵਿੱਚੋਂ ਕੰਮ ਕਰਕੇ ਆ ਰਹੇ ਸਨ ਤੇ ਘੋੜੀ ਦੀਆਂ ਵਾਗਾਂ ਪਕੜ ਕੇ ਸਹਿ ਪਾਤਸ਼ਾਹ ਜੀ ਅੱਗੇ ਲੱਗ ਕੇ ਚੱਲੇ। ਘਰ ਦੇ ਵਿੱਚ ਪਹੁੰਚੇ ਨਾ ਜਦੋਂ, ਕਹਿਣ ਲੱਗੇ ਇੱਥੇ ਬੈਠ। ਭਾਈ ਲਹਿਣਾ ਜੀ ਉੱਥੇ ਬੈਠ ਗਏ ਤੇ ਗੁਰੂ ਨਾਨਕ ਸਾਹਿਬ ਜੀ ਕੁਝ ਕੁ ਸਮਾਂ ਬਾਅਦ ਲਿਬਾਸ ਬਦਲ ਕੇ ਤੇ ਜਦੋਂ ਸਤਿਗੁਰੂ ਜੀ ਉੱਥੇ ਪਹੁੰਚੇ, ਕੁਝ ਗੁਰਮੁਖ ਪਿਆਰੇ ਹੋਰ ਬੈਠੇ ਸਨ, ਸਾਰਿਆਂ ਨੇ ਨਮਸਕਾਰ ਕੀਤੀ ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਸੰਗਤ ਨੇ ਤਾਂ ਝੁਕ ਕੇ ਸਹਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਜਦੋਂ ਨਮਸਕਾਰ ਕੀਤੀ, ਜਦੋਂ ਚਰਨਾਂ ਦੇ ਨਾਲ ਜੁੜੇ ਤੇ ਭਾਈ ਲਹਿਣਾ ਜੀ ਉਸੇ ਵੇਲੇ ਨੀਵੀਂ ਪੈ ਗਈ, ਆਪਣੇ ਮਨ ਨੂੰ ਕੋਸਣ ਲੱਗ ਪਏ, ਪਛਤਾਉਣ ਲੱਗ ਪਏ ਕਿ ਜਦੋਂ ਕਿਸੇ ਪੁਰਸ਼ ਦੇ ਕੋਲ ਜਾਈਦਾ, ਜਦੋਂ ਕਿਸੇ ਗੁਰੂ ਦੇ ਕੋਲ ਜਾਈਦਾ ਤੇ ਨਿਮਰਤਾ ਧਾਰਨ ਕਰਕੇ ਤੇ ਸਤਿਕਾਰ ਕਰ ਆਪਣੇ ਆਪ ਨੂੰ ਕੋਸਣ ਲੱਗ ਪਏ। ਹੇ ਲਹਿਣਿਆ, ਪਹਿਲੇ ਦਿਨ ਸਤਿਗੁਰਾਂ ਦੇ ਕੋਲ ਆਇਆ ਤੇ ਸਤਿਗੁਰਾਂ ਨੂੰ ਉੱਚਾ ਕਰਨ ਦੀ ਬਜਾਏ, ਆਪ ਨੀਵਾਂ ਹੋਣ ਦੀ ਬਜਾਏ ਆਪ ਘੋੜੀ ਤੇ ਚੜ੍ਹ ਕੇ ਆਇਆ ਹੈ ਤੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਅੱਗੋਂ ਵਾਗਾਂ ਪਕੜ ਕੇ ਆਏ ਹਨ। ਤੂੰ ਬਹੁਤ ਵੱਡੀ ਭੁੱਲ ਕੀਤੀ ਹੈ, ਗਲਤੀ ਕੀਤੀ। ਨੇਤਰ ਝੁਕੇ ਹੋਏ ਹਨ। ਗਰੀਬ ਨਿਵਾਜ ਸਾਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਪਾਤਸ਼ਾਹ ਜੀ ਨੇ ਦੇਖਿਆ, ਮੁਆਫੀ ਮੰਗੀ, ਕਹਿਣ ਲੱਗਿਆ ਹੇ ਪਾਤਸ਼ਾਹ, ਹੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ, ਪਤਾ ਨਹੀਂ ਸੀਗਾ, ਹਾਂ ਭੁੱਲ ਹੋ ਗਈ ਹੈ। ਸਤਿਗੁਰਾਂ ਨੇ ਵਚਨ ਕੀਤਾ, ਹੇ ਲਹਿਣਿਆ, ਲੈਣਾ ਹੁੰਦਾ ਉਹ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਹਨ। ਤੁਸਾਂ ਬਹੁਤ ਕੁਛ ਲੈਣਾ ਹੈ, ਬਹੁਤ ਕੁਛ ਪਰਮਾਤਮਾ ਦੇ ਘਰ ਦੇ ਵਿੱਚੋਂ ਤੁਹਾਨੂੰ ਮਿਲਣਾ ਹੈ ਤੇ ਲੈਣ ਵਾਲੇ ਘੋੜੀਆਂ ਤੇ ਚੜ੍ਹ ਕੇ ਹੀ ਆਉਂਦੇ ਹਨ। ਸਹਿ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਨੇ ਪਛਾਣ ਲਿਆ, ਇਹ ਉਹੀ ਪੁਰਸ਼ ਹੈ, ਉਹੀ ਚੱਲ ਕੇ ਆ ਗਿਆ ਹੈ ਜਿਨ੍ਹਾਂ ਨੇ ਇਸ ਧਰਮ ਨੂੰ ਬਹੁਤ ਅੱਗੇ ਲੈ ਕਰਕੇ ਜਾਣਾ ਹੈ ਔਰ ਅਗਲੇ ਗੁਰੂ ਬਣਨਾ ਹੈ।
ਤੇ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਵੇਲੇ ਸਾਰੀਆਂ ਯਾਤਰਾਵਾਂ ਕਰਕੇ ਵਾਪਸ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਸਨ ਤੇ ਇੱਥੇ ਹੁਣ ਖੇਤੀ ਕਰ ਰਹੇ ਹਨ। ਅਖੀਰਲਾ ਪਾਤਸ਼ਾਹ ਸਹਿਬ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਸਮਾਂ ਹੈ ਤੇ ਮੈਂ ਕਈ ਵਾਰੀ ਬਚਨ ਸਾਂਝਾ ਕੀਤਾ ਹੈ ਕਿ ਜੈਸੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਵਿੱਚ ਬੜਾ ਬਾਅਦ ਵਿੱਚ ਆਏ, ਤਕਰੀਬਨ 62 ਸਾਲ ਦੀ ਉਮਰ ਸੀਗੀ, ਪਰ ਵੱਡੀ ਸੇਵਾ ਕਰਕੇ ਬਹੁਤ ਕੁਝ ਲੈ ਲਿਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਅਖੀਰਲਾ ਸਮਾਂ ਸੀਗਾ ਜਦੋਂ ਭਾਈ ਲਹਿਣਾ ਜੀ ਆਏ। ਪਰ ਦੇਖੋ, ਇੱਕ ਗੁਰੂ ਅੰਗਦ ਦੇਵ ਜੀ ਦੇ ਸੰਬੰਧ ਵਿੱਚ ਬਾਬਾ ਸੱਤਾ ਜੀ ਨੇ ਤੇ ਬਾਬਾ ਬਲਵੰਡ ਰਾਏ ਜੀ ਨੇ ਇੱਕ ਬਚਨ ਕੀਤਾ ਹੈ। ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ, ਹੇ ਭਾਈ ਲਹਿਣਾ ਜੀ, ਤੁਸੀਂ ਆਏ ਭਾਵੇਂ ਬੜੇ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਖੀਰਲੇ ਸਮੇਂ ਆਏ, ਪਰ ਤੁਸੀਂ ਨਾ ਆਪਣੇ ਮਨ ਨੂੰ ਇੰਨੀ ਨਿਮਰਤਾ ਤੇ ਇੰਨੇ ਗੁਣ ਲੈ ਕਰਕੇ ਆਏ। ਜਾਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਇਹ ਗੁਰਬਾਣੀ ਦੇ ਵਿੱਚ ਵਚਨ ਹੈ ਕਿ ਜਦੋਂ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਆਏ ਨਾ, ਤੇ ਤੁਹਾਡੇ ਅੰਦਰ ਜਪ ਸੀਗਾ, ਤੁਹਾਡੇ ਅੰਦਰ ਤਪ ਸੀਗਾ, ਜਪ ਤਪ ਸੰਜਮ, ਤੇ ਤੁਹਾਡੇ ਅੰਦਰ ਕੰਟਰੋਲ ਸੀਗਾ, ਸੰਜਮ ਸੀਗਾ, ਸਹਿਜ ਸੀਗੀ, ਨਿਮਰਤਾ ਸੀਗੀ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਤੇ ਜਿਹੜੇ ਕਈ ਹੋਰ ਸਨ ਨਾ, ਉਹ ਹੰਕਾਰ ਦੇ ਨਾਲ ਭਰੇ ਹੋਏ ਸਨ, ਉਹ ਤਾਂ ਕੁਛ ਨਹੀਂ ਪ੍ਰਾਪਤ ਕਰ ਸਕੇ। ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਥੋੜ੍ਹਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹੇ, ਪਰ ਉਹ ਕੁਛ ਪ੍ਰਾਪਤ ਕਰ ਲਿਆ ਜਿਹੜਾ ਸਭ ਤੋਂ ਸਿਰਮੌਰ ਸੀਗਾ, ਜਿਹੜਾ ਸਭ ਤੋਂ ਮਹਾਨ ਸੀਗਾ। ਹੁਣ ਬਚਨ ਇਤਿਹਾਸ ਦੇ ਵਿੱਚ ਕਿ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਲੈਣਾ ਜੀਵ ਦੇ ਗੁਰ ਆਈ ਸਿਰ ਛਤਰ ਫਿਰਾਇਆ। ਹੁਣ ਸਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੇ ਬਾਅਦ ਵਿੱਚ ਬਣਨਾ ਹੈ ਭਾਈ ਲਹਿਣਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਜਿਹੇ ਆਏ, ਇੰਨੀ ਨਿਮਰਤਾ ਰੱਖ ਕੇ ਤੇ ਇੰਨਾ ਜਪ ਤਪ ਤੇ ਸੰਜਮ, ਆਪਣੇ ਖਿਆਲ, ਆਪਣੀ ਸੋਚ, ਆਪਣੀ ਵਿਚਾਰਧਾਰਾ, ਆਪਣੀ ਸਿਆਣਪ, ਸਾਰਾ ਕੁਝ ਹੀ ਛੱਡ ਦਿੱਤਾ ਹੈ ਔਰ ਇੰਨੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ ਕਿ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਪਣੇ ਦੋ ਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ, ਪਰ ਸ਼ਾਇਦ ਉਹਨਾਂ ਦੇ ਸੰਬੰਧ ਵਿੱਚ ਹੀ ਦੇਖੋ ਇਹ ਬਚਨ ਹਨ ਕਿ ਹੋਰ ਵੀ ਸਨ, ਪਰ ਗੁਰੂ ਅੰਗਦ ਦੇਵ ਜੀ ਜਿੰਨੀ ਨਿਮਰਤਾ, ਜਿੰਨਾ ਸਹਿਜ ਤੁਹਾਡੇ ਅੰਦਰ ਸੀਗਾ ਨਾ, ਇੰਨਾ ਕਿਤੇ ਵੀ ਨਹੀਂ ਸੀਗਾ। ਔਰ ਇਸ ਸਹਿਜ ਦੇ ਕਰਕੇ, ਇਸ ਨਿਮਰਤਾ ਦੇ ਕਰਕੇ, ਤਪ ਦੇ ਕਰਕੇ, ਸੇਵਾ ਦੇ ਕਰਕੇ, ਹਰ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ ਸਤ ਵਚਨ ਕਰਕੇ ਮੰਨਿਆ। ਫਿਰ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਜੇ ਕਿਤੇ ਬਚਨ ਕੀਤਾ ਨਾ ਅੱਧੀ ਰਾਤ ਕਿ ਭਾਈ ਕੱਪੜੇ ਧੋ ਕਰਕੇ ਲੈ ਕਰਕੇ ਆਓ, ਤੇ ਕਈਆਂ ਨੇ ਸ਼ੰਕਾ ਕੀਤਾ ਕਿ ਅੱਧੀ ਰਾਤ ਹੈ ਪਾਤਸ਼ਾਹ ਜੀ, ਇਸ ਵੇਲੇ ਕੱਪੜੇ ਕੀ ਧੋਣੇ, ਦਿਨ ਚੜ੍ਹੇਗਾ ਧੋ ਲਿਆਵਾਂਗੇ। ਪਰ ਭਾਈ ਲਹਿਣਾ ਜੀ ਉਸੇ ਵੇਲੇ ਉੱਠ ਕੇ ਤੁਰ ਪਏ। ਜੇ ਚਿੱਕੜ ਦੇ ਵਿੱਚ ਬਰਤਨ ਡਿੱਗਿਆ ਹੈ, ਪਾਤਸ਼ਾਹ ਜੀ ਨੇ ਬਰਤਨ ਕੱਢੋ, ਤੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਤੇ ਹੋਰ ਕਈਆਂ ਨੇ ਬਚਨ ਕੀਤਾ ਬਰਤਨ ਘਰ ਦੇ ਵਿੱਚ ਬੜੇ ਹਨ, ਇਹੀ ਕੱਢਣਾ ਹੈ। ਪਰ ਜੇ ਗੁਰੂ ਭਾਈ ਲਹਿਣਾ ਜੀ ਨੂੰ ਇਸ਼ਾਰਾ ਕੀਤਾ ਤੇ ਉਸੇ ਵੇਲੇ ਆਪਣੇ ਵਸਤਰਾਂ ਦੀ ਨਾ ਪਰਵਾਹ ਕਰਦੇ ਹੋਏ ਚਿੱਕੜ ਦੇ ਵਿੱਚੋਂ ਕਟੋਰਾ ਕੱਢ ਕੇ ਲੈ ਆਏ। ਔਰ ਇਸੇ ਤਰ੍ਹਾਂ ਜੇ ਕਦੇ ਬਚਨ ਕੀਤਾ ਕਿ ਭਾਈ ਸੰਗਤ ਭੁੱਖੀ ਹੈ, ਕਿੱਕਰ ਹਿਲਾਓ, ਮਠਿਆਈ ਡਿੱਗੇਗੀ, ਉਸੇ ਵੇਲੇ ਭਾਈ ਲਹਿਣਾ ਜੀ ਨੇ, ਭਾਵੇਂ ਬਾਬਾ ਸ਼੍ਰੀ ਚੰਦ ਜੀ ਨੇ ਬਾਂਹ ਤੋਂ ਪਕੜ ਕੇ ਰੋਕਿਆ ਸੀਗਾ, ਹੇ ਲਹਿਣਿਆ, ਕਦੇ ਕਿੱਕਰਾਂ ਨੂੰ ਮਠਿਆਈਆਂ ਨਹੀਂ ਲੱਗਦੀਆਂ, ਨਾ ਡਿੱਗਦੀਆਂ ਹਨ, ਖੜ ਜਾ। ਪਰ ਭਾਈ ਲਹਿਣਾ ਜੀ ਨੇ ਕਿਹਾ, ਨਹੀਂ, ਇਹ ਮੇਰੇ ਗੁਰੂ ਦਾ ਹੁਕਮ ਹੈ, ਕਿੱਕਰਾਂ ਤੋਂ ਮਠਿਆਈ ਭਾਵੇਂ ਡਿੱਗੇ ਨਾ ਡਿੱਗੇ, ਪਰ ਮੇਰੇ ਗੁਰੂ ਦਾ ਹੁਕਮ ਹੈ, ਕਿੱਕਰ ਨੂੰ ਹਿਲਾਵਾਂਗਾ। ਮੇਰਾ ਕੰਮ ਮਠਿਆਈ ਡਿੱਗਣਾ ਥੋੜ੍ਹੀ ਹੈ, ਮੇਰਾ ਕੰਮ ਤਾਂ ਸਤਿਗੁਰਾਂ ਦਾ ਹੁਕਮ ਵਜਾਉਣਾ ਹੈ। ਇਸ ਕਰਕੇ ਆਪਣੇ ਖਿਆਲ, ਆਪਣੀ ਸੋਚ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਏਡੀ ਵੱਡੀ ਸੇਵਾ ਕੀਤੀ ਹੈ। ਫਿਰ ਅੱਜ ਵਾਲੇ ਦਿਨ 1569 ਈਸਵੀ ਦੇ ਵਿੱਚ ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਭਾਈ ਲਹਿਣਾ ਜੀ ਨੂੰ ਫਿਰ ਸਹਿਬ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ।
ਜੋਤ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਦਿੱਤੀ ਔਰ ਭਾਈ ਲਹਿਣਾ ਜੀ ਸਹਿ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਬਣ ਕੇ ਤੇ ਸੀਸ ਉੱਪਰ ਛਤਰ ਝੁੱਲਿਆ, ਚੌਰ ਝੁੱਲਿਆ ਔਰ ਸਿੱਖ ਧਰਮ ਦੀ ਅਗਵਾਈ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਬਣੇ ਔਰ ਅੱਜ ਵਾਲੇ ਦਿਨ ਦੀਆਂ ਇਸ ਮਹਾਨ ਦਿਵਸ ਦੀਆਂ ਆਪ ਸਮੂਹ ਸੰਗਤ ਨੂੰ ਕੋਟਾਨ ਕੋਟ ਵਧਾਈਆਂ ਹੋਣ, ਮੁਬਾਰਕਾਂ ਹੋਣ। ਬੇਅੰਤ ਭੁੱਲਾਂ ਦੀ ਖਿਮਾ। ਆਓ ਕੁਝ ਕੁ ਸਮਾਂ ਸਾਰੀ ਸੰਗਤ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।